ਚੜੇ ਮਾਂ ਮਗਰ ਪਿਆ ਇਸ਼ਕ ਮਗਰ ਵਾਂਗ ਕੂੰਜ ਦੇ ਔਂਸੀਆਂ ਪਾਨੀਆਂ ਮੈਂ ਵੇਖਾਂ ਰਾਹ ਤੇਰਾ ਚੜ ਕੇ महल उत्ते खली राइया का गुडानी मैं। वाह की बात है अली। इस नाल मैनू भी एक शेर याद आया इसी महीने ते। दिन छोटे मगर महीने रातां वडियां वे तुर्क फिरंगियां बजण निगारे रन विच जिदियां गड्डियां वे इश्क सिपाही पैदल लड़दे प्यादे अकल सवार वे बीबा ना रुस यारी ला के मेरे नाल यार वे बीबा। वाह जी वाह, क्या खूबसूरत शेर तुसी पढ़िया। तो एक दफ़ा फिर प्रोग्राम साडे नाल लैके आए हैं पाकिस्तान टैलीविजन लाहौर सेंटर तो। मेरा नाम है जी अली उस्मान बाजवा और मेरे नाल मौजूद ने कोमल राजा जी। बिल्कुल नाज़रीन, जिवें कि तुसी जानते हो कि साडा प्रोग्राम ना सिर्फ संगीत की गल करदा बल्कि पंजाब दे वसेब, पंजाब दे पिछोकड़ और पंजाब अज किवें दा है उहदी भी गल करदा। ये जिहड़ा शेर मैं पढ़िया और फिर कोमल ने पढ़िया, पंजाबी जिहड़ा सुलेख है या अदब है ਉਹਦੇ ਵਿੱਚ ਪੰਜਾਬੀ ਸ਼ਾਇਰੀ ਦੇ ਵਿੱਚ ਇੱਕ ਸਿਨਫ ਹੈ, ਉਹਨੂੰ ਕਿਹਾ ਜਾਂਦਾ ਹੈ 12 ਮਾਹ। 12 ਮਾਹ ਦੇ ਵਿੱਚ ਕੀ ਹੁੰਦਾ ਹੈ ਕਿ 12 ਜਿਹੜੇ ਮਹੀਨੇ ਹੁੰਦੇ ਨੇ, ਹਰ ਮਹੀਨੇ ਦੇ ਹਿਸਾਬ ਦੇ ਨਾਲ ਇੱਕ ਸ਼ੇਰ ਉਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਔਰ ਉਸ ਮਹੀਨੇ ਦੇ ਹਿਸਾਬ ਨਾਲ ਜੋ ਕੁਝ ਵਾਪਰਦੀ ਹੁੰਦੀ ਹੈ ਕਿਸੇ ਵੀ ਸ਼ਾਇਰ ਦੇ ਅੰਦਰੂਨ ਜਾਂ ਬੈਰੂਨ ਦੇ ਉੱਤੇ ਉਹਨੂੰ ਉਹ ਬਿਆਨ ਕਰਦਾ ਚਲਾ ਜਾਂਦਾ ਹੈ। ਇਹ ਬੜੀ ਸੋਹਣੀ ਸਿਨਫ ਹੈ ਜਿਹੜੀ ਕਿ ਪੰਜਾਬੀ ਸ਼ਾਇਰੀ 'ਚ ਸਾਨੂੰ ਲੱਭਦੀ ਹੈ। ਮਹੀਨਾ ਮੱਘਰ ਦਾ ਚੱਲਦਾ ਸੀ ਪਿਆ, पाला जिहड़ा है उन्हें दस्तक दे दी है सारे पंजाब ते और सारे पाकिस्तान ते भी बर्फबारी भी किते हो रही है पहाड़ों के उत्ते और पंजाब च भी पाला आ गया, हौली हौली पाला वधदा जा रहा। मगर दा शेर असीं तुहाडे नाल साझा कीता। पंजाबी जुबान बहुत पुरानी जुबान है जिवें कि तुसीं सारे जानते हो। ਇਹਦੇ ਵਿੱਚ ਇੱਕ ਕੈਲੰਡਰ ਵੀ ਹੈ ਜਿਹੜਾ ਕਿ ਹਲੇ ਤੱਕ ਵਰਤਿਆ ਜਾਂਦਾ ਹੈ ਔਰ ਪਿੰਡਾਂ ਥਾਵਾਂ ਦੇ ਉੱਤੇ ਕੋਮਲ ਹਲੇ ਵੀ ਸਾਡੇ ਜਿਹੜੇ ਬਜ਼ੁਰਗ ਨੇ ਉਹ ਇਸੇ ਮਹੀਨੇ ਦੇ ਨਾਲ ਜਿਹੜਾ ਇਸੇ ਕੈਲੰਡਰ ਦੇ ਨਾਲ ਆਪਣੀ ਜ਼ਿੰਦਗੀ ਔਰ ਬਾਕੀ ਫਸਲਾਂ ਦਾ ਹਿਸਾਬ ਕਿਤਾਬ ਔਰ ਬਾਕੀ ਚੀਜ਼ਾਂ ਕਰਦੇ ਨੇ। ਉਹਨੂੰ ਅਸੀਂ ਬਿਕਰਮੀ ਕੈਲੰਡਰ ਦੇ ਨਾਂ ਤੋਂ ਵੀ ਜਾਣਦੇ ਔਰ ਪੰਜਾਬੀ ਕੈਲੰਡਰ ਦੇ ਨਾਂ ਤੋਂ ਵੀ ਜਾਣਦੇ ਹਾਂ। ਮੈਂ ਉਹਦੇ ਮਹੀਨੇ ਥੋੜ੍ਹੇ ਜਿਹੇ ਦੁਹਰਾ ਦੇਣਾ ਨਵੀਂ ਪੀੜ੍ਹੀ ਵਾਸਤੇ, ਜਿਹੜੇ ਪੁਰਾਣੀ ਪੀੜ੍ਹੀ ਦੇ ਲੋਕ ਨੇ ਉਹ ਤਾਂ ਜਾਣਦੇ ਹੀ ਹੋਣਗੇ। ਵਿਸਾਖ, ਜੇਠ, ਹਾੜ, ਸਾਉਣ, ਭਾਦਰੋਂ, ਅੱਸੂ, ਕੱਤੇ, ਮੱਘਰ, ਪੋ, ਮਾਘ, ਫੱਗਣ ਤੇ ਚੇਤ, ਜਿਹਨੂੰ ਕਿ ਅਸੀਂ ਚੇਤਰ ਦੇ ਨਾਂ ਤੋਂ ਵੀ ਜਾਣਦੇ ਹਾਂ। ਇਸੇ ਤਰ੍ਹਾਂ ਇੱਕ ਦਿਨ ਦੇ ਵਿੱਚ 8 ਪੈਰ ਹੁੰਦੇ ਨੇ, ਇਹ ਅਸੀਂ ਸਾਰੇ ਜਾਣਦੇ ਹਾਂ। ਅਸੀਂ ਕਈ ਦਫਾ ਇਸਤੇਮਾਲ ਵੀ ਕਰ ਲੈਂਦੇ ਕਿ 8 ਪੈਰ ਤਰਾ ਨਿਕਲ ਗਿਆ, 8 ਪੈਰ ਨੀਂਦ ਨਾ ਆਉਂਦੀ। ਤੁਸੀਂ ਵੀ ਸੁਣਿਆ ਹੋਣਾ ਕੋਮਲ। ਉਹ 8 ਪੈਰ ਕਿਹੜੇ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਚੱਲਣਾ ਜਨਾਬ। ਸਭ ਤੋਂ ਪਹਿਲਾਂ ਹੁੰਦਾ ਜਨਾਬ ਧੰਮੀ ਵੇਲਾ, ਫਿਰ ਹੁੰਦਾ ਛਾਹ ਵੇਲਾ। ਤੁਸੀਂ ਸੁਣਿਆ ਹੋਵੇਗਾ ਛਾਹ ਵੇਲੇ ਦੀ ਰੋਟੀ ਲੈ ਕੇ ਡੇਰੇ ਤੇ ਨਹੀਂ ਆਈ ਤੂੰ, ਇਸੇ ਕਰਕੇ ਚਾਚੇ ਕੋਲੋਂ ਧੌਣ ਵੀ ਪਨਵਾਈ ਤੂੰ, ਬਰਾਬਰ ਲੱਗਦਾ ਗਾਣਾ ਨਾ, ਉਹ ਮੈਨੂੰ ਯਾਦ ਆ ਗਿਆ। ਛਾਹ ਵੇਲੇ ਰੋਟੀ ਆਉਂਦੀ ਹੈ, ਹਾਲੀ ਜਿਹੜੇ ਨੂੰ ਹੱਲ ਵਾਹ ਕੇ ਥੱਕ ਆ ਕੇ ਬਹਿੰਦੇ ਨੇ, ਸੂਰਜ ਉੱਗਦਾ, ਗਰਮੀ ਵੱਧਦੀ ਹੈ ਤੇ ਫਿਰ ਉਹ ਬਹਿ ਕੇ ਰੋਟੀ ਖਾਂਦੇ ਨੇ ਜਿਹੜੀ ਕਿ ਉਹਨਾਂ ਦੀ ਘਰ ਵਾਲੀ ਲੈ ਕੇ ਆਉਂਦੀ ਹੈ। ਉਸ ਤੋਂ ਬਾਅਦ ਜਨਾਬ ਦੁਪਹਿਰ ਵੇਲਾ ਸ਼ੁਰੂ ਹੋ ਜਾਂਦਾ, ਫਿਰ ਪੇਸ਼ੀ ਵੇਲਾ ਹੁੰਦਾ, ਫਿਰ ਡੀਗਰ ਵੇਲਾ ਹੈ, ਫਿਰ ਨਮਾਸ਼ਾ ਵੇਲਾ, ਫਿਰ ਕੁਫਤਾ ਵੇਲਾ ਤੇ ਫਿਰ ਸਰਗੀ ਵੇਲਾ। ਬੁਨਿਆਦੀ ਤੌਰ ਤੇ ਸਰਗੀ ਵੇਲਾ ਪਹਿਲੇ ਹੁੰਦਾ ਜਦੋਂ ਅਸੀਂ ਸਾਰੇ ਉੱਠਨੇ ਆ, ਰੱਬ ਦਾ ਨਾਂ ਲੈਂਦੇ ਆ, ਹਾਲੀ ਜਿਹੜੇ ਨੇ ਹਲਵਾਨ ਟੁਰ ਜਾਂਦੇ ਨੇ ਔਰ ਬਾਕੀ ਦੁੱਧ ਰਿੜਕਿਆ ਜਾਂਦਾ, ਮਦਾੜੀ ਜਿਹੜੀ ਹੈ ਉਹ ਚੱਲ ਰਹੀ ਹੁੰਦੀ ਹੈ, ਮੱਖਣ ਨਿਕਲਦਾ ਔਰ ਉਹ ਸਾਰੇ ਕੰਮ ਜਿਹੜੇ ਕਿ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਹੋ ਰਹੇ ਨੇ। ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ। ਇਸੇ ਖੂਬਸੂਰਤ ਗੱਲ ਨਾਲ ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨੇ ਆ। ਅੱਜ ਵੀ ਸਾਡਾ ਪ੍ਰੋਗਰਾਮ ਗੀਤਾਂ ਸੰਗੀਤਾਂ ਦੇ ਨਾਲ ਜਿਹੜਾ ਹੈ ਬਿਲਕੁਲ ਰਚਿਆ ਬਸਿਆ ਹੋਇਆ। ਮਹਿਕਾਂ ਦਾ ਪ੍ਰੋਗਰਾਮ ਹੈ, ਮਾਜ਼ੀ ਪਿਛੋਕੜ ਦਾ ਪ੍ਰੋਗਰਾਮ ਹੈ। ਅੱਜ ਦੇ ਪੰਜਾਬ ਦੀ ਗੱਲ ਵੀ ਅਸੀਂ ਕਰਾਂਗੇ। ਕੋਸ਼ਿਸ਼ ਕਰਨੇ ਆ ਕਿ ਸਾਰੇ ਪੰਜਾਬ ਤੋਂ ਹੀ ਅਸੀਂ ਜਿਹੜੇ ਗਾਇਕ ਨੇ, ਲੋਕ ਫਨਕਾਰ ਨੇ, ਉਹਨਾਂ ਨੂੰ ਲੱਭ ਕੇ ਲਿਆਈਏ, ਤੁਹਾਡੇ ਸਾਹਮਣੇ ਪੇਸ਼ ਕਰੀਏ, ਆਪਣਾ ਫਨ ਜਿਹੜਾ ਹੈ ਤੁਹਾਡੇ ਸਾਹਮਣੇ ਔਰ ਸਾਡੇ ਸਾਹਮਣੇ ਵੀ ਉਹ ਪੇਸ਼ ਕਰਨ ਤੇ ਇਵੇਂ ਹੀ ਅਸੀਂ ਖੁਸ਼ੀਆਂ ਜਿਹੜੀਆਂ ਹਨ ਉਹ ਵੰਡਦੇ ਰਹੀਏ ਤੇ ਖੁਸ਼ ਰਹੀਏ। ਮੇਰਾ ਤਾਂ ਖਿਆਲ ਹੈ ਖੁਸ਼ ਰਹਿਣਾ ਸਭ ਤੋਂ ਅਹਿਮ ਚੀਜ਼ ਹੈ। ਫਿਰ ਹੀ ਆਰਟ ਵੀ ਫਲਦਾ ਫੁੱਲਦਾ, ਫਿਰ ਹੀ ਸੁਲੇਖ ਅਦਬ ਵੀ ਬਣਦਾ ਔਰ ਫਿਰ ਹੀ ਖੁਸ਼ਹਾਲੀ ਵੀ ਆਉਂਦੀ ਹੈ। ਤੇ ਅੱਜ ਜਨਾਬ ਸਭ ਤੋਂ ਪਹਿਲੇ ਗੁਜਰਾਂਵਾਲਾ ਤੋਂ ਇੱਕ ਜੋੜੀ, ਚਿਮਟਾ ਜੋੜੀ ਸਾਡੇ ਨਾਲ ਮੌਜੂਦ ਨੇ। ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ। ਹਲਕੀ ਹਲਕੀ ਛਨਕਾਰ ਆ ਰਹੀ ਹੋਏਗੀ ਕਿਉਂਕਿ ਚਿਮਟਾ ਉਹਨਾਂ ਦਾ ਨਹੀਂ ਖਲੋਂਦਾ ਪਿਆ, ਥੋੜ੍ਹੀ ਥੋੜ੍ਹੀ ਆਵਾਜ਼ ਨਾਲੋਂ ਨਾਲ ਦੇਈ ਜਾ ਰਿਹਾ। ਤੇ ਜਨਾਬ ਇਹਨਾਂ ਦੇ ਗਰੁੱਪ ਦਾ ਨਾਂ ਜਿਹੜਾ ਹੈ ਉਹ ਹੈ ਮਲਕ ਪੰਜਾਬੀ ਮਿਊਜ਼ੀਕਲ ਗਰੁੱਪ ਔਰ ਇਹਦੇ ਵਿੱਚ 2 ਸੰਗੀ ਜਿਹੜੇ ਹਨ ਜਿਹੜੇ ਕਿ ਆਪਸ ਵਿੱਚ ਮੀਆਂ ਬੀਵੀ ਵੀ ਨੇ, ਉਹ ਆਵਾਜ਼ ਦਿੰਦੇ ਨੇ, ਨਾਲ ਉਹਨਾਂ ਦੇ ਸੰਗੀ ਜਿਹੜੇ ਨੇ ਉਹ ਵਜਾਉਂਦੇ ਨੇ। ਇਵੇਂ ਲੋਕ ਦਾਸਤਾਨਾਂ, ਮਾਹੀਏ, ਟੱਪੇ ਔਰ ਬਥੇਰੀਆਂ ਚੀਜ਼ਾਂ ਸਾਨੂੰ ਸੁਣਾਉਂਦੇ ਨੇ। ਮਲਕ ਗੁਲਾਮ ਮੁਸਤਫਾ ਸਾਡੇ ਨਾਲ ਮੌਜੂਦ ਨੇ ਔਰ ਸੰਗੀਤਾ ਮਲਿਕ ਵੀ ਸਾਡੇ ਨਾਲ ਮੌਜੂਦ ਨੇ ਇਸ ਵਕਤ ਔਰ ਇਹ ਲੋਕ ਦਾਸਤਾਨਾ ਪਰਫਾਰਮ ਕਰਦੇ ਨੇ। ਔਰ ਇਸ ਤੋਂ ਇਲਾਵਾ ਆਲਮ ਲੋਹਾਰ ਸਾਹਿਬ ਇਹਨਾਂ ਦੇ ਉਸਤਾਦ ਨੇ ਔਰ ਆਲਮ ਲੋਹਾਰ ਤੋਂ ਇਲਾਵਾ ਉਹਨਾਂ ਦੇ ਜਿਹੜੇ ਬੇਟੇ ਨੇ ਆਰਫ ਲੋਹਾਰ,
ਉਹਨਾਂ ਨਾਲ ਵੀ ਪਰਫਾਰਮ ਕਰ ਚੁੱਕੇ। ਅਕਰਮ ਰਾਈ ਇੱਕ ਵੱਡਾ ਨਾਂ ਪੰਜਾਬੀ ਮਿਊਜ਼ਿਕ ਦਾ, ਉਹਨਾਂ ਨਾਲ ਵੀ ਪਰਫਾਰਮ ਕਰ ਚੁੱਕੇ ਨੇ। ਬਸ਼ੀਰ ਲੋਹਾਰ ਸਾਹਿਬ ਵੱਡਾ ਨਾਂ, ਉਹਨਾਂ ਨਾਲ ਪਰਫਾਰਮ ਕਰ ਚੁੱਕੇ ਨੇ। ਮੁਨੀਰ ਹੁਸੈਨ ਸਾਹਿਬ ਨਾਲ ਵੀ, ਔਰ ਫਿਰ ਥੀਏਟਰ ਤੇ ਵੀ ਪਰਫਾਰਮੈਂਸਿਸ ਦਿੰਦੇ ਰਹੇ। ਅੱਜ ਅਸਾਂ ਉਹਨਾਂ ਨੂੰ ਦਾਵਤ ਦਿੱਤੀ ਹੈ, ਗੁਜਰਾਂਵਾਲੇ ਤੋਂ ਸਿੱਧਾ ਲਾਹੌਰ ਸਟੂਡੀਓ ਆ ਖਲੋਤੇ ਨੇ। ਵੇਖਨੇ ਕਿਸੇ ਕੈਸਾ ਉਹ ਗੀਤ ਸੁਣਾਉਂਦੇ ਨੇ, ਕੈਸੇ ਰੰਗ ਲਾਉਂਦੇ ਨੇ। ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਜੀ। कैसी तबीयत है ਤੁਹਾਡੀ, कैसा लग रहा है? फर्स्ट क्लास, बहुत अच्छा लग रहा है जी। माहौल देख के बहुत मज़ा आ रहा है और बड़ा अच्छा लग रहा है। इन्ना दिल करता है कि मैं मिर्ज़ा साहबा सुनावा ਜਿਹੜੀ ਤੁਸੀਂ ਦਾਸਤਾਨ ਦਾ ਜ਼ਿਕਰ ਕੀਤਾ ਹੈ। ਜੀ, ਜੀ। ਉਸੇ ਵਾਲੇ ਨਾਲ ਮੈਂ ਮਿਰਜ਼ਾ ਸਾਹਿਬ ਦੇ ਚੰਦ ਬੋਲ ਪੇਸ਼ ਕਰਨਾ ਵਾ। ਮਿਰਜ਼ਾ ਸਾਹਿਬਾ ਦੇ ਬੋਲ ਤੁਸੀਂ ਜ਼ਰੂਰ ਪੇਸ਼ ਕਰੋ। ਅੱਜ ਤੁਸੀਂ ਸੋਹਣੇ ਵੀ ਲੱਗ ਰਹੇ ਹੋ, ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਹੋ, ਔਰ ਬਾਕੀ ਸੰਗੀ ਜਿਹੜੇ ਨੇ ਤੁਹਾਡੇ ਨਾਲ ਮੌਜੂਦ ਨੇ ਇਹ ਵੀ ਸੰਗਤ ਕਰਨਗੇ। ਤਬਲਾ ਵੀ ਵੱਜੇਗਾ, ਹਾਰਮੋਨੀਅਮ ਵੀ ਹੈ, ਜੋੜੀ ਵੀ ਹੈ ਸਾਡੇ ਨਾਲ, ਔਰ ਫਿਰ ਸੋਹਣੀਆਂ ਆਵਾਜ਼ਾਂ। ਔਰ ਫਿਰ ਕਿੰਨੇ ਕੁ ਸਾਲ ਹੋ ਗਏ ਜੇ ਗਾਉਂਦੇ ਹੋ? ਮੈਨੂੰ ਤਕਰੀਬਨ 30-35 ਸਾਲ ਹੋ ਗਏ। 30-35 ਸਾਲ। ਸਾਡੀਆਂ ਉਮਰਾਂ ਇੰਨੀਆਂ ਨਹੀਂ ਹੋਈਆਂ। ਤੇ ਤੁਸੀਂ ਜਿਹੜਾ ਨਾ ਗੀਤ ਸਭ ਤੋਂ ਪਹਿਲਾਂ ਮਿਰਜ਼ਾ ਸਾਹਿਬਾ ਦੀ ਜਿਹੜੀ ਲੋਕ ਦਾਸਤਾਨ ਹੈ ਸਾਡੇ ਨਾਲ ਸਾਂਝੀ ਕਰੋ, ਫਿਰ ਅੱਗੇ ਗੱਲ ਕਰਨੇ ਆ। ਠੀਕ ਹੈ ਜੀ। ਪੁੱਤਰ ਜਿਨ੍ਹਾਂ ਦੇ ਲਾਡਲੇ ਤੇ ਰੱਟੀ ਉਹਨਾਂ ਦੀ ਜੋੜ ਆਸ਼ਿਕ ਤੇ ਵਰਿਆਮ ਨੂੰ ਖੜੀ ਨਿਤ ਢੀਕੇ ਗੌਰ ਹੋ ਗੱਲਾਂ ਕਰਨੀਆਂ ਸੌਖੀਆਂ ਉਹ ਗੱਲਾਂ ਕਰਨੀਆਂ ਸੌਖੀਆਂ ਤੇ ਔਖੇ ਪਾਣੇ ਬੋਲ ਮੈਂ ਹਾੜੇ ਪਾਵਾਂ ਰੱਬ ਦੇ
ਖੂਬਸੂਰਤ ਮਿਰਜ਼ਾ ਸਾਹਿਬਾਂ ਦਾ ਇਹ ਕਿੱਸਾ ਜਿਹੜਾ ਕਿ ਲਿਖਿਆ ਤੇ ਗਿਆ ਹੈ, ਲੇਕਿਨ ਸੰਗੀਤ ਦੇ ਰਾਹੀਂ ਸਾਰੇ ਪੰਜਾਬ ਦੇ ਵਿੱਚ ਅੱਜ ਵੀ ਗਾਇਆ ਜਾਂਦਾ ਹੈ, ਅੱਜ ਵੀ ਸੁਣਿਆ ਜਾਂਦਾ ਹੈ ਔਰ ਨਵੀਂ ਪੀੜ੍ਹੀ ਤੱਕ ਵੀ ਪਹੁੰਚਿਆ ਔਰ ਦਰਬਾਰ ਵੀ ਹੈ ਵੇ ਮਿਰਜ਼ਾ ਸਾਹਿਬਾਂ ਦਾ ਕੋਮਲ। ਜੀ, ਬਿਲਕੁਲ। ਔਰ ਬੜੀ ਅਥਰੀ ਘੋੜੀ ਹੁੰਦੀ ਸੀ ਮਿਰਜ਼ੇ ਦੀ, ਉਹਦੀ ਵੀ ਇੱਕ ਮੇਰਾ ਖਿਆਲ ਹੈ ਕਬਰ ਹੈ। ਮੈਂ ਇੱਕ ਡਾਕੂਮੈਂਟਰੀ ਵੇਖੀ ਸੀ, ਉਹਦੇ ਵਿੱਚ ਉਹ ਦੱਸ ਰਹੇ ਸਨ। ਤੇ ਤੁਸੀਂ ਤੇ ਚਿਮਟਾ ਜੋੜੀ ਤੇ ਹੈ ਹੀ ਹੈ ਵੇ, ਤੇ ਇੱਕ ਜੋੜੀ ਇੱਕ ਇਹ ਵੀ ਖਲੋਤੀ ਹੋਈ ਹੈ ਜਿਹੜੀ ਕਿ ਇਕੱਠੇ ਗਾਉਂਦੇ ਨੇ। ਇੰਝ ਹੀ ਹੈ ਸਾਡੇ ਕੋਲ ਜਿੰਨੀਆਂ ਵੀ ਚਿਮਟਾ ਜੋੜੀ ਵਾਲੇ ਗਰੁੱਪ ਆਏ ਨੇ ਉਹਦੇ ਵਿੱਚ ਅੱਜ ਤੱਕ ਕੋਈ ਸਵਾਣੀ ਕੋਈ ਫੀਮੇਲ ਆਵਾਜ਼ ਉਂਝ ਆਏ ਸਨ, ਲੇਕਿਨ ਚਿਮਟਾ ਜੋੜੀ ਦੇ ਵਿੱਚ ਨਹੀਂ। ਚਿਮਟਾ ਜੋੜੀ ਦੇ ਗਰੁੱਪ ਦੇ ਵਿੱਚ ਪਹਿਲੀ ਦਫਾ ਇਸ ਤਰ੍ਹਾਂ ਹੋਇਆ ਸਾਡੇ ਪ੍ਰੋਗਰਾਮ ਦੇ ਵਿੱਚ ਕਿ ਇੱਕ ਸਵਾਣੀ, ਇੱਕ ਬੀਬੀ, ਇੱਕ ਖਾਤੂਨ ਜਿਹੜੀ ਹੈ ਉਹ ਆਵਾਜ਼ ਦੇ ਰਹੀ ਹੈ। ਅੱਛਾ, ਇਸ ਜੋੜੀ ਦੀ ਯੂਨੀਕ ਚੀਜ਼ ਇੱਕ ਇਹ ਵੀ ਹੈ ਕਿ ਮੀਆਂ ਜਿਹੜਾ ਹੈ ਉਹ ਲੇਟ ਵੀ ਨਹੀਂ ਹੋ ਸਕਦਾ ਤੇ ਬੀਬੀ ਕਹਿ ਵੀ ਨਹੀਂ ਸਕਦੀ ਵੀ ਭੈੜਿਆ ਕਿੱਥੇ ਸਾਂ। ਬੀਬੀ ਨਾਲ ਹੀ ਹੁੰਦੀ ਹੈ, ਹਰ ਜਗ੍ਹਾ ਗਾਣਾ ਗਾ ਰਹੀ ਹੈ, ਕੋਈ ਮਸਲਾ ਹੀ ਨਹੀਂ ਹੈ, ਕੋਈ ਫੋਟੀ ਨਹੀਂ ਪੈਂਦੀ, ਕੋਈ ਲੜਾਈ ਨਹੀਂ ਪੈਂਦੀ, ਇੰਝ ਹੀ ਚੱਲਦਾ ਪਿਆ। ਆਲਮ ਲੋਹਾਰ ਸਾਹਿਬ ਤੁਹਾਡੇ ਉਸਤਾਦ ਸਨ, ਤੁਸੀਂ ਦੱਸਿਆ ਉਹਨਾਂ ਦੇ ਨਾਲ ਕਾਫੀ ਵਕਤ ਤੁਸੀਂ ਗੁਜ਼ਾਰਿਆ, ਉਹਨਾਂ ਦੇ ਬਾਰੇ ਕੋਈ ਗੱਲ ਸਾਂਝੀ ਕਰੋ। ਇੱਕ ਤੇ ਅਸੀਂ ਇਹ ਜਾਣਦੇ ਹਾਂ ਕਿ ਗਾਣਾ ਬੜਾ ਸੋਹਣਾ ਗਾਉਂਦੇ ਸਨ ਔਰ ਪੰਜਾਬੀ ਅਗਰ ਸਿੱਖਣੀ ਹੋਵੇ ਬੋਲਣੀ ਕਿ ਪੰਜਾਬੀ ਬੋਲੀ ਦੀ ਕਿਵੇਂ ਮੈਂ ਤਾਂ ਆਲਮ ਲੋਹਾਰ ਸਾਹਿਬ ਨੂੰ ਔਰ ਮਨੀਰ ਨਿਆਜ਼ੀ ਸਾਹਿਬ ਨੂੰ ਜਿਹੜਾ ਹੈ ਉਹ ਜ਼ਰੂਰ ਸੁਣਨਾ ਚਾਹੀਦਾ। ਇੰਜੀ ਗੱਲ ਹੈ ਨਾ। ਤੇ ਕੋਈ ਐਸੀ ਗੱਲ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕੋ ਜਦੋਂ ਤੁਸੀਂ ਥੋੜੇ ਨਿੱਕੇ ਹੁੰਦੇ ਸੋ, ਉਹਨਾਂ ਦੀ ਸ਼ਾਗਿਰਦੀ 'ਚ ਹੁੰਦੇ ਸੋ, ਕਿਵੇਂ ਸਿਖਾਉਂਦੇ ਸਨ, ਕੀ ਗੱਲਾਂ ਹੁੰਦੀਆਂ ਸਨ ਮੇਲਿਆਂ ਠੇਲਿਆਂ ਤੇ ਜਾਂ ਬਾਕੀ ਜਗ੍ਹਾ ਦੇ ਉੱਤੇ? ਮੇਲਿਆਂ ਤੇ ਜਾਂਦੇ ਹਾਂ ਅਸੀਂ, ਉਹਨਾਂ ਦੇ ਨਾਲ ਰਹਿੰਦੇ ਸਾਂ ਔਰ ਉਹ ਜ਼ਿਆਦਾਤਰ ਉਹਨੇ ਘਰ ਸੀ ਲਾਲੇ ਮੂਸੇ ਦਾ ਤੇ ਉਹ ਲਾਲੇ ਮੂਸੇ ਜ਼ਬਾਨ ਨੂੰ ਬੋਲਦੇ ਹਨ ਤੇ ਉਹ ਬੜੇ ਪਿਆਰ ਨਾਲ, ਉਹ ਪੁੱਤਰੀ ਇੱਧਰ ਆਓ, ਆ ਪੁੱਤਰੀ ਕੀ ਕਰਦੇ ਹੋ? ਮੈਂ ਅਸੀਂ ਕਹਿੰਦਾ ਲਾਲਾ ਜੀ ਅਸੀਂ ਉਸਤਾਦ ਜੀ ਬੈਠੇ ਆ, ਚਲੋ ਫਿਰ ਆਓ ਸਾਡੇ ਦਾ ਪੈਰ ਦਬਾਓ। ਉਹ ਪੈਰ ਦਬਾਉਣ ਲੱਗ ਪੈਣਾ, ਕੁੱਟਣ ਲੱਗ ਪੈਣਾ, ਉਹਨਾਂ ਰਾਜ਼ੀ ਹੋ ਜਾਣਾ। ਉਹਨਾਂ ਫਿਰ ਕਹਿਣਾ ਚਲੋ ਸਟੇਜ ਤੇ ਚਲੋ, ਚਲੋ ਜਾਓ ਗਾਓ। ਔਰ ਉਹਨਾਂ ਦੇ ਨਾਲ ਬੜਾ ਮਜ਼ਾ ਲਿਆ 2-3 ਸਾਲ। ਉਸ ਤੋਂ ਬਾਅਦ ਫਿਰ ਉਹ ਦੁਨੀਆ ਤੋਂ ਅੱਲਾ ਨੂੰ ਪਿਆਰੇ ਹੋ ਗਏ। ਜੀ ਬਿਲਕੁਲ, ਉਹਨਾਂ ਨੂੰ ਅਸੀਂ ਅੱਜ ਵੀ ਯਾਦ ਕਰ ਰਹੇ ਆ ਔਰ ਇਹ ਪੁੱਤਰੀ ਕਹਿਣਾ ਔਰ ਇੱਧਰ ਆਓ ਮੁੰਡਿਓ, ਇਹ ਕਰੋ ਆ ਕਰੋ, ਇਹ ਪੰਜਾਬ ਦੇ ਰੰਗ ਨੇ, ਇਹ ਪੰਜਾਬ ਦਾ ਵਸੇਬ, ਇਹੀਓ ਕਲਚਰ ਹੈ ਜਿਹੜਾ ਹੌਲੀ ਹੌਲੀ ਗਵਾਚਦਾ ਜਾ ਰਿਹਾ ਔਰ ਮੇਲੇ ਠੇਲੇ ਵੀ ਗਵਾਚਦੇ ਜਾ ਰਹੇ ਨੇ। ਅਗਰ ਅਸੀਂ ਮੇਲਿਆਂ ਦੀ ਗੱਲ ਕਰੀਏ, ਪਹਿਲੇ ਜਦੋਂ ਤੁਸੀਂ ਜਵਾਨ ਹੁੰਦੇ ਸੋ ਉਦੋਂ ਮੇਲਿਆਂ ਛੇਲਿਆਂ ਤੇ ਜਾਂਦੇ ਸੋ, ਵੱਡੇ ਮੇਲੇ ਸੱਜਦੇ ਹੋਣਗੇ, ਭੰਗੂੜੇ ਮੇਸੂ ਵਿਕਦੇ ਨੇ ਪਏ, ਲੋਕੀ ਖਾ ਰਹੇ ਨੇ, ਦਿਵਾਣੇ ਭੰਨ ਕੇ ਖਾਂਦੇ ਨੇ, ਸਭ ਕੁਝ ਹੋ ਰਿਹਾ। ਇਸ ਤਰ੍ਹਾਂ ਸਾਡੇ ਨੌਸ਼ੋ ਪਾਕ ਮੇਲਾ ਲੱਗਦਾ ਗੁਜਰਾਤ ਵਿੱਚ, ਹਾਂ, ਉਹ ਜੇਠ ਹਾੜ ਚ ਹੁੰਦਾ ਹੈ ਤੇ ਇਸੇ ਤਰੀਕੇ ਨਾਲ ਉੱਥੇ ਦੁਆਣੇ ਵੀ, ਭੰਗੂੜੇ ਵੀ, ਸਰਕਸਾਂ, ਹਰ ਸ਼ੈ ਲੱਗੀ ਹੋਣੀ ਔਰ ਅਸੀਂ ਜਾਣਾ ਕਰਨਾ, ਲੋਕਾਂ ਨੂੰ ਬੜੇ ਪਿਆਰ ਨਾਲ ਸੁਣਨਾ ਕਰਨਾ। ਔਰ ਉਸ ਵਕਤ ਦੁਨੀਆ ਜਿਹੜੇ ਲੋਕ ਸਨ 10-10 20-20 ਕਿਲੋਮੀਟਰ ਚੱਲ ਕੇ ਆਉਂਦੇ ਸਨ ਪੈਦਲ ਸੁਣਨ ਵਾਸਤੇ ਆਲਮ ਲੋਹਾਰ ਨੂੰ, ਬਿਲਕੁਲ ਕਿ ਇਹਨਾਂ ਕੋ ਪਿਆਰ ਕਰਦੇ ਸਨ। ਔਰ ਜਦੋਂ ਥੀਏਟਰ ਖਤਮ ਹੁੰਦਾ ਸੀ, ਰਾਤ ਨੂੰ ਸ਼ੋਅ ਖਤਮ ਹੁੰਦਾ ਸੀ ਔਰ ਤੇ ਜਿਹੜੇ ਲੋਕ ਹਾਜੀ ਸਾਹਿਬ ਨਾਲ ਸਲਾਮ ਦੋ ਲੈਂਦੇ ਸਨ, ਬੜੇ ਫਖਰ ਮਹਿਸੂਸ ਕਰਦੇ ਸਨ ਕਿ ਅਸੀਂ ਆਲਮ ਲੋਹਾਰ ਨਾਲ ਸਲਾਮ ਦੋ ਲਈਏ। ਬਿਲਕੁਲ ਇੰਜੀ ਗੱਲ, ਇਸ ਤਰ੍ਹਾਂ ਗੱਲ ਸੀ, ਇੰਜੀ ਗੱਲ ਹੈ। ਐਵੇਂ ਮੇਲਾ ਸੱਜਦਾ ਸੀ ਔਰ ਇੰਜੀ ਇੱਕ ਨੌਟੰਕੀ ਹੁੰਦੀ ਸੀ, ਇੱਕ ਨਾਟਕ ਵੀ ਹੁੰਦਾ ਸੀ, ਗੀਤ ਵੀ ਸੁਣਾਏ ਜਾਂਦੇ ਸਨ ਵਿੱਚ, ਲੋਕ ਦਾਸਤਾਨਾਂ, ਜਿਵੇਂ ਤੁਸੀਂ ਇੱਕ ਕੋਸ਼ਿਸ਼ ਕੀਤੀ ਦਾਸਤਾਨ ਸਾਨੂੰ ਸੁਣਾਈ, ਬੜਾ ਵਧੀਆ ਲੱਗਾ। ਤੇ ਇਸੇ ਤਰ੍ਹਾਂ ਅਸੀਂ ਉਹਨਾਂ ਮੇਲਿਆਂ ਦੀ ਗੱਲ ਹੀ ਸੁਣੀ ਹੈ, ਹੁਣ ਥੋੜੇ ਜਿਹੇ ਘਟ ਗਏ ਨੇ ਔਰ ਅਸੀਂ ਉਹਦੇ ਚ ਰਲਤ ਵੀ ਥੋੜੀ ਮੁਸ਼ਕਿਲ ਹੀ ਕਰਨੇ ਆ। ਥੋੜੇ ਨਹੀਂ, ਮੈਨੂੰ ਲੱਗਦਾ ਬਹੁਤ ਜ਼ਿਆਦਾ ਘਟ ਗਏ। ਉਹ ਵਾਲਾ ਮਾਹੌਲ ਜਿਹੜਾ ਨਾ ਉਹ ਹੌਲੇ ਹੌਲੇ ਜਿਹੜਾ ਘਟਦਾ ਹੀ ਜਾਂਦਾ, ਘਟਦਾ ਹੀ ਜਾ ਰਿਹਾ। ਲੇਕਿਨ ਸਾਡੀ ਵੀ ਇਹ ਕੋਸ਼ਿਸ਼ ਇਸੇ ਲਈ ਸੀ ਕਿ ਦੁਬਾਰਾ ਤੋਂ ਪੰਜਾਬੀ ਰੰਗ, ਪੰਜਾਬੀ ਰਹਿਤਲ ਨੂੰ ਜ਼ਿੰਦਾ ਕੀਤਾ ਜਾਏ। ਜੀ ਬਿਲਕੁਲ, ਕੋਸ਼ਿਸ਼ ਇਹ ਹੀ ਹੈ ਕਿ ਪੰਜਾਬ ਦੇ ਰੰਗ ਵਾਪਸ ਆ ਜਾਣ। ਤੇ ਤੁਸੀਂ ਸਟੂਡੀਓ ਜਿਹੜਾ ਰੰਗ ਲਾਇਆ, ਹੁਣ ਕਿਹੜਾ ਰੰਗ ਲਾਉਣ ਲੱਗੇ ਉਹ ਦੱਸੋ? ਹੁਣ ਅਸੀਂ ਪੰਜਾਬ ਦੇ ਰੰਗ ਕੁਛ ਮਾਇਆ ਗਾ ਰਹੇ ਹਾਂ, ਹੀਰੇ ਮੋਤੀ ਲਾਲ। ਵਾਹ ਵਾਹ, ਇਨਸ਼ਾਅੱਲਾ ਬੜਾ ਅੱਛਾ ਮਾਇਆ ਪੇਸ਼ ਕਰਾਂਗੇ ਪੰਜਾਬ ਦੇ ਰੰਗ ਦੇ ਨਾਲ। ਜੀ ਬਿਲਕੁਲ, ਹਾਂਜੀ ਲਓ ਜੀ। ਹੀਰੇ ਮੋਤੀ ਸੋਹਣੇ ਲਾਲ ਨੀ, ਕੋਈ ਤਾਰਾ ਮੁੰਨੀਆਂ ਤੇ ਜਿਹਦਾ ਮਾਹੀ ਰੁੱਸ ਜਾਵੇ ਉਹਦਾ ਦੋਜ਼ਖ ਦੁਨੀਆ ਤੇ। ਜਿਹਦਾ ਮਾਹੀ ਰੁੱਸ ਜਾਵੇ ਉਹਦਾ ਦੋਜ਼ਖ ਦੁਨੀਆ ਤੇ। ਹੀਰੇ ਮੋਤੀ ਸੋਹਣੇ ਲਾਲ ਵੇ, ਕੋਈ ਬਾਜਰਾ ਗੱਡ ਮਾਇਆ। ਹੀਰੇ ਮੋਤੀ ਸੋਹਣੇ ਲਾਲ
ਮੋਤੀ ਸੋਹਣੇ ਲਾਲ ਵੇ ਕੋਈ ਵਿਕਦਾ ਖੇਸ ਲਿਆ ਪਿਆਰ ਦਾ ਵੱਲ ਦੱਸ ਕੇ ਮਾਇਆ ਟੁਰ ਪਰਦੇਸ ਗਿਆ ਪਿਆਰ ਦਾ ਵੱਲ ਦੱਸ ਕੇ ਮਾਇਆ ਟੁਰ ਪਰਦੇਸ ਗਿਆ ਹੀਰੇ ਮੋਤੀ ਸੋਹਣੇ ਲਾਲ ਨੀ ਹੀਰੇ ਮੋਤੀ ਸੋਹਣੇ ਲਾਲ ਨੀ ਨਲਕੇ ਦਾ ਪਾਣੀ ਏ ਹੀਰੇ ਮੋਤੀ ਸੋਹਣੇ ਲਾਲ ਨੀ ਨਲਕੇ ਦਾ ਪਾਣੀ ਏ ਸੱਜਣਾ ਤੋਂ ਵਾਰ ਦਈਏ ਜਿੰਦੀ ਉਂਝ ਵੀ ਤੇ ਜਾਣੀ ਏ ਸੱਜਣਾ ਤੋਂ ਵਾਰ ਦਈਏ ਉਹ ਜਿੰਦੀ ਉਂਝ ਵੀ ਤੇ ਜਾਣੀ ਏ ਹੀਰੇ ਮੋਤੀ ਸੋਹਣੇ ਲਾਲ ਵੇ ਕੋਈ ਉੱਡਦਾ ਕਾਂ ਵੇਖਾਂ ਹੀਰੇ ਮੋਤੀ ਸੋਹਣੇ ਲਾਲ ਵੇ ਕੋਈ ਉੱਡਦਾ ਕਾਂ ਵੇਖਾਂ ਮੂੰਹੋਂ ਭਾਵੇਂ ਨਾ ਬੋਲੀ ਤੈਨੂੰ ਗਹਿਰਾ ਵਿੱਚ ਨਾ ਵੇਖਾਂ ਮੂੰਹੋਂ ਭਾਵੇਂ ਨਾ ਬੋਲੀ ਤੈਨੂੰ ਗਹਿਰਾ ਵਿੱਚ ਨਾ ਵੇਖਾਂ ਹੀਰੇ ਮੋਤੀ ਸੋਹਣੇ ਲਾਲ ਨੀ ਕੋਈ ਉੱਡਦਾ ਕਾਂ ਜਾਂਦਾ ਹੀਰੇ ਮੋਤੀ ਸੋਹਣੇ ਲਾਲ ਨੀ ਕੋਈ ਉੱਡਦਾ ਕਾਂ ਜਾਂਦਾ ਸੱਜਣ ਨੂੰ ਮੱਕਾ ਦੇਂਦੇ ਲੱਗ ਮੌਤ ਦਾ ਨਾ ਜਾਂਦਾ ਸੱਜਣ ਨੂੰ ਮੱਕਾ ਦੇਂਦੇ ਲੱਗ ਮੌਤ ਦਾ ਨਾ ਜਾਂਦਾ ਹੀਰੇ ਮੋਤੀ ਸੋਹਣੇ ਲਾਲ ਵੇ ਲੰਮੇ ਵਾਲ ਕਲੰਦਰਾਂ ਦੇ ਹੀਰੇ ਮੋਤੀ ਸੋਹਣੇ ਲਾਲ ਵੇ ਲੰਮੇ ਵਾਲ ਕਲੰਦਰਾਂ ਤੇ ਸ਼ਕਲਾਂ ਤੇ ਭੁੱਲ ਗਏ ਆ ਨਿਸਾਵਾਂ ਕਭੀ ਅੰਦਰਾਂ ਦੇ ਸ਼ਕਲਾਂ ਤੇ ਭੁੱਲ ਗਏ ਸਾਂ ਨਿਸਾਵਾਂ ਕਭੀ ਅੰਦਰਾਂ ਦੇ ਹੀਰੇ ਮੋਤੀ ਸੋਹਣੇ ਲਾਲ ਨੀ ਪਈ ਸੀਮਟ ਖੂ ਕਰੀਏ ਹੀਰੇ ਮੋਤੀ ਸੋਹਣੇ ਲਾਲ ਨੀ ਕੋਈ ਸੀਮਟ ਖੂ ਕਰੀਏ ਅੱਧ ਵਿੱਚ ਨਾ ਛੱਡੀਏ ਜਿਦਾ ਕਾਬੂ ਕਰੀਏ ਅੱਧ ਵਿੱਚ ਨਾ ਛੱਡੀਏ ਜਿਦਾ ਕਾਬੂ ਕਰੀਏ ਹੀਰੇ ਮੋਤੀ ਸੋਹਣੇ ਲਾਲ ਵੇ ਕਾਲੇ ਰੰਗ ਦੀ ਤਲਾਈ ਹੋਵੇ ਹੀਰੇ ਮੋਤੀ ਸੋਹਣੇ ਲਾਲ ਵੇ ਕਾਲੇ ਰੰਗ ਦੀ ਤਲਾਈ ਹੋਵੇ ਕਸਮ ਚ ਕਾਲਾ ਸੋਹਣਿਆ ਅਸਾਂ ਈਦ ਮਨਾਈ ਹੋਵੇ ਕਸਮ ਚ ਵਾਲਾ ਸੋਹਣਿਆ ਅਸਾਂ ਈਦ ਮਨਾਈ ਹੋਵੇ ਹੀਰੇ ਮੋਤੀ ਸੋਹਣੇ ਲਾਲ ਨੀ ਫੁੱਲ ਪੱਕ ਗਏ ਕਿਕਰਾਂ ਦੇ ਹੀਰੇ ਮੋਤੀ ਸੋਹਣੇ ਲਾਲ ਨੀ ਫੁੱਲ ਪੱਕ ਗਏ ਕਿਕਰਾਂ ਦੇ ਨੌਜੋ ਫਿਰ ਮੇਰੇ ਦਾ ਹੁਣ ਕਦੇ ਵੀ ਨਾ ਵਿਛੜਾਂਗੇ ਨੌਜੋ ਫਿਰ ਮੇਰੇ ਦਾ ਹੁਣ ਕਦੇ ਵੀ ਨਾ ਵਿਛੜਾਂਗੇ ਵਾਹ ਜੀ ਵਾਹ, ਬਤਾਈ ਬੜਾ ਹੀ ਸੋਹਣਾ, ਬੜਾ ਹੀ ਸਵਾਦ ਆਇਆ। ਤੇ ਜੋੜੀ ਵਾਲੇ ਭਾਈ ਨੂੰ ਕੀ ਹੋਇਆ, ਉਦਾਸ ਹੋ ਗਏ ਨੇ ਬਿਲਕੁਲ ਹੀ ਸਟਿਫ ਹੋ ਗਏ ਨੇ। ਬੜਾ ਸੋਹਣਾ ਮਾਈਆ ਇਹਨਾਂ ਨੇ ਸੁਣਾਇਆ। ਮਾਈਆ ਜਿਹੜਾ ਇੱਕ ਸਾਡਾ ਤਰੀਕਾਕਾਰ ਹੈ ਗਾਣ ਦਾ ਵੀ ਔਰ ਪੜਨ ਦਾ ਵੀ ਔਰ ਲਿਖਣ ਦਾ ਵੀ,
ਦੋ ਹੀ ਬੋਲ ਹੁੰਦੇ ਨੇ ਲੇਕਿਨ ਦਿਲ ਦੀ ਗੱਲ ਹੁੰਦੀ ਉਹਦੇ ਵਿੱਚ ਔਰ ਸਿੱਧੀ ਸਿੱਧੀ ਕਹਿ ਦਿੱਤੀ ਜਾਂਦੀ ਹੈ ਪਿੰਡੀ ਤੋਂ ਚਾਹ ਪੀਤੀ ਤੇਰੀਆਂ ਮਨ ਮਨ ਕੇ ਅਸਾਂ ਜ਼ਿੰਦਗੀ ਤਬਾਹ ਕੀਤੀ ਬਿਲਕੁਲ ਇੰਜ ਦੇ ਮਾਈਏ ਹੁੰਦੇ ਨੇ ਹੈ ਬਿਲਕੁਲ ਜੀ ਤੇ ਤੁਸੀਂ ਵੀ ਇਹੋ ਜਿਹੇ ਮਾਈਏ ਹੀਰੇ ਮੋਤੀ ਸੋਹਣੇ ਲਾਲਵੇ ਬੜੇ ਸੋਹਣੀਆਂ ਗੱਲਾਂ ਕੀਤੀਆਂ ਔਰ ਸੋਹਣਾ ਸਾਨੂੰ ਗੀਤ ਸੰਗੀਤ ਸੁਣਾਇਆ। ਕੋਮਲ ਵੀ ਇੱਕ ਸਵਾਲ ਪੁੱਛਣਾ ਚਾਹ ਰਹੇ ਸੀ। ਹਾਂ ਬਿਲਕੁਲ ਮੈਂ ਪੁੱਛਣਾ ਚਾਹ ਰਹੀ ਹਾਂ ਮਾਸ਼ਾਅੱਲਾ ਤੁਸੀਂ ਰਲ ਮਿਲ ਸੋਹਣਾ ਤੇ ਗਾਉਂਦੇ ਹੀ ਹੋਇਆ ਤੇ ਅਸੀਂ ਵੇਖ ਹੀ ਲਿਆ। ਇਹ ਦੱਸੋ ਕਿ ਕਦੋਂ ਤੁਸੀਂ ਸੋਚਿਆ ਕਿ ਇਹਨਾਂ ਨਾਲ ਮੈਂ ਵੀ ਰਲ ਮਿਲ ਗਾਵਾਂ ਕਿਉਂਕਿ ਹੁੰਦਾ ਹੈ ਨਾ ਔਰਤ ਤੇ ਬੜਾ ਇਤਰਾਜ਼ ਵੀ ਕੀਤਾ ਜਾਂਦਾ ਹੈ ਕਿ ਤੇ ਕੋਈ ਮੁਸ਼ਕਿਲ ਆਈ ਜਾਂ ਕੁਝ ਦੱਸੋ ਕੁਝ ਥੋੜੀ ਦੱਸੋ ਬਹੁਤ ਨਾ ਗੱਲ ਇਸ ਦੱਸ ਬਾਰੇ ਦਿਓ। ਕੁਝ। ਨਹੀਂ ਕੋਈ ਮੁਸ਼ਕਲ ਨਹੀਂ ਆਈ। ਇਹ ਸਾਡਾ ਦੋਵਾਂ ਦਾ ਸ਼ੌਕ ਵੀ ਹੈ ਤੇ ਵੈਸੇ ਦਿਲੋਂ ਖੁਸ਼ੀ ਵੀ ਹੈ ਜਦੋਂ ਮੈਂ ਇਹਨਾਂ ਨਾਲ ਗਾਉਂਦੀ ਆ। ਮੇਰੇ ਆਪਣੇ ਦਿਲ ਦਾ ਸ਼ੌਕ ਹੈ ਕਿ ਮੈਂ ਇਹਨਾਂ ਨਾਲ ਗਾਵਾਂ ਤੇ ਅਸੀਂ ਦੋਵੇਂ ਰਲ ਕੇ ਗਾਈਏ, ਸਾਨੂੰ ਦੁਨੀਆ ਦੇਖੇ, ਸਾਡੀ ਜੀ ਇੱਜ਼ਤ ਬਿਲਕੁਲ ਕਰੇ। ਦੁਨੀਆ ਤੁਹਾਨੂੰ ਮਾਸ਼ਾਅੱਲਾ। ਵੇਖ ਰਹੀ ਹੈ ਅਸਾਂ ਜੀ, ਵੇਖਿਆ ਬਿਲਕੁਲ। ਦੁਨੀਆ ਵੇਖ ਰਹੀ ਹੈ ਕਈ ਮੁਲਕਾਂ 'ਚ ਤੁਸੀਂ ਵੇਖੇ ਜਾਓਗੇ ਜਾਣੇ ਜਾਓਗੇ ਇਨਸ਼ਾਅੱਲਾ। ਬੜਾ ਚੰਗਾ ਲੱਗਾ। ਗੁਜਰਾਂਵਾਲਾ ਦੇ ਪਹਿਲਵਾਨਾਂ ਦਾ ਸ਼ਹਿਰ ਹੈ ਹਾਂਜੀ ਪਤਾ ਨਹੀਂ ਕਿੰਨੇ ਕੁ ਚਿੜੇ ਬਚ ਗਏ ਨੇ ਬਾਕੀ ਦੇ ਗੁਜਰਾਂ ਵਾਲਿਆਂ ਦੇ ਨਾਲੇ ਨੇ ਤੇ ਤੁਸੀਂ ਗੁਜਰਾਂਵਾਲਾ ਤੋਂ ਆਏ ਹੋ ਸੰਗਤ ਕੀਤੀ ਜੇ ਸਾਡੇ ਨਾਲ ਬੜਾ ਸੋਹਣਾ ਲੱਗਾ ਬੜਾ ਚੰਗਾ ਲੱਗਾ। ਫਿਰ ਕੋਸ਼ਿਸ਼ ਕਰਾਂਗੇ ਕਿਸੇ ਹੋਰ ਪ੍ਰੋਗਰਾਮ 'ਚ ਤੁਹਾਨੂੰ ਫਿਰ ਦਾਵਤ ਦਈਏ। ਜੀ ਨਾਜ਼ਰੀਨ ਇਹ ਮਾਈਏ ਵੀ ਤੁਸੀਂ ਸੁਣਾਏ ਮਿਰਜ਼ਾ ਸਾਹਿਬਾਂ ਦੀ ਦਾਸਤਾਨ ਵੀ ਸੁਣੀ ਗੁਜਰਾਂਵਾਲਾ ਤੋਂ ਇਹ ਜੋੜੀ ਔਰ ਇਹਨਾਂ ਦੇ ਸੰਗੀ ਜਿਹੜੇ ਹਨ ਇਹ ਵੀ ਸਾਡੇ ਨਾਲ ਆਏ ਸਨ। ਵੇਲਾ ਹੁਣ ਹੋ ਗਿਆ ਕੋਮਲ ਨਿੱਕੀ ਜਿਹੀ ਇੱਕ ਬ੍ਰੇਕ ਦਾ ਥੋੜੀ ਜਿੰਨੀ ਵਿੱਥ ਪਾਵਾਂਗੇ ਬਹੁਤੀ ਦੂਰ ਨਹੀਂ ਜਾਵਾਂਗੇ ਮੁੜ ਕੇ ਵਾਪਸ ਆਉਂਦੇ ਆ ਸਾਡੇ ਨਾਲ ਰਿਹਾ ਜੇ। ਲਓ ਜੀ ਮੁੜ ਕੇ ਵਾਪਸ ਆ ਗਏ ਆ। ਪ੍ਰੋਗਰਾਮ ਦਾ ਨਾਮ ਹੈ ਸਾਡੇ ਨਾਲ। ਮੇਰਾ ਨਾਮ ਹੈ ਅਲੀ ਉਸਮਾਨ ਬਾਜਵਾ ਔਰ ਮੇਰੇ ਨਾਲ ਮੌਜੂਦ ਨੇ ਕੋਮਲ ਰਾਜਾ। ਜੀ ਬਿਲकुल ਔਰ ਬ੍ਰੇਕ ਤੇ ਜਾਣ ਤੋਂ ਪਹਿਲੇ ਬੜਾ ਸੋਹਣਾ ਰੰਗ ਇੱਥੇ ਜੰਮਿਆ ਸੀ। ਮਾਈਏ ਵੀ ਅਸੀਂ ਸੁਣੇ ਮਿਰਜ਼ਾ ਸਾਹਿਬਾਂ ਦੀ ਦਾਸਤਾਨ ਵੀ ਅਸੀਂ ਸੁਣੀ ਔਰ ਇੱਕ ਜੋੜੀ ਸੀ ਜਿਹੜੀ ਕਿ ਚਿਮਟਾ ਜੋੜੀ ਦੇ ਨਾਲ ਜੋੜੀ ਗਾ ਰਹੀ ਔਂਜ ਵੀ ਜੋੜੀ ਸੀ। ਤਾਂ ਕਾਫੀ ਸੋਹਣਾ ਜਿਹਾ ਇੱਕ ਰੰਗ ਬਣ ਗਿਆ ਸੀ ਤੇ ਬ੍ਰੇਕ ਤੋਂ ਅਸੀਂ ਵਾਪਸ ਆ ਗਏ। ਔਰ ਕੈਸਾ ਤੁਹਾਨੂੰ ਅੱਛਾ ਲੱਗਾ ਸੀ ਕੋਮਲ? ਮੈਨੂੰ ਤੇ ਬਹੁਤ ਮਜ਼ਾ ਆਇਆ। ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਆਇਆ ਕਿ ਇੱਕ ਫੀਮੇਲ ਪਹਿਲੀ ਦਫਾ ਜੋੜੀ ਚਿਮਟੇ ਦੇ ਨਾਲ ਪਰਫਾਰਮ ਉਹਨਾਂ ਨੇ ਕੀਤਾ? ਇਹ ਸਾਡਾ ਮਕਸਦ ਹੀ ਬੁਲਾਉਣ ਦਾ ਹੁੰਦਾ ਹੈ ਇੰਜ ਦੇ ਜਿਹੜੇ ਹੁੰਦਾ ਹੈ ਕਿ ਖਵਾਤੀਨ ਵਾਸਤੇ ਕਿ ਔਰਤਾਂ ਨੂੰ ਬੜਾ ਡਰ ਹੁੰਦਾ ਹੈ ਕਿ ਘਰੋਂ ਬਾਹਰ ਨਿਕਲ ਕੇ ਇੰਜ ਪਰਫਾਰਮ ਕਰਨਾ ਖਾਸ ਕਰ ਇਸ ਫੀਲਡ ਵਿੱਚ ਤੇ ਇੱਕ ਮਿਸਾਲ ਜਿਹੀ ਹੁੰਦੀ ਹੈ ਕਿ ਤੁਸੀਂ ਸਿੱਖੋ ਹੌਸਲਾ ਪੈਦਾ ਹੋਏ ਕਿ ਸਿਰਫ ਮਰਦ ਹੀ ਨਹੀਂ ਔਰਤ ਵੀ ਕਰ ਸਕਦੀ ਹੈ। ਜੀ ਬਿਲਕੁਲ ਕਰ ਸਕਦੀ ਹੈ ਔਰ ਮਾਜ਼ੀ 'ਚ ਵੀ ਬਹੁਤ ਜ਼ਿਆਦਾ ਗੁਲਕਾਰਾ ਸਾਡੇ ਕੋਲ ਮੌਜੂਦ ਨੇ ਜਿਨ੍ਹਾਂ ਕਿ ਆਪਣਾ ਨਾਮ ਬਣਵਾਇਆ ਔਰ ਅੱਜ ਵੀ ਉਹ ਸਾਡੇ ਨਾਲ ਉਹਨਾਂ ਦਾ 뮤직 ਸਾਡੇ ਨਾਲ ਹੀ ਹੈ ਅਸੀਂ ਸੁਣਦੇ ਹੀ ਰਹਿੰਦੇ ਹਾਂ। ਤੇ ਬ੍ਰੇਕ ਤੋਂ ਜਾਣ ਤੋਂ ਪਹਿਲੇ ਜੋ ਕੁਝ ਹੋਇਆ ਉਹ ਤੇ ਅਸੀਂ ਤੁਹਾਨੂੰ ਦੱਸ ਦਿੱਤਾ ਲੇਕਿਨ ਇਸ ਦੌਰਾਨ ਇੱਕ ਹੋਰ ਪ੍ਰਾਹੁਣੇ ਪਹਿਲੇ ਤੇ ਗੁਜਰਾਂਵਾਲੇ ਤੋਂ ਆਏ ਸਨ ਹੁਣ ਅਸੀਂ ਸਿੱਧਾ ਮੁਲਤਾਨ ਵੱਲ ਨੂੰ ਤੁਰ ਪਏ ਹਾਂ। ਮੁਲਤਾਨ ਦੀ ਗਰਮੀ ਔਰ ਅੰਬ ਬੜੇ ਮਸ਼ਹੂਰ ਨੇ ਤੇ ਉੱਥੋਂ ਇੱਕ ਫਨਕਾਰ ਸਾਡੇ ਨਾਲ ਉਹਨਾਂ ਨੇ ਰਲਤ ਕੀਤੀ ਹੈ ਜਨਾਬ। ਉਹਨਾਂ ਨੂੰ ਕਿੰਗ ਆਫ ਫੋਕ ਆਖਿਆ ਜਾਂਦਾ ਹੈ ਔਰ ਬੜਾ ਲੰਮਾ ਉਹਨਾਂ ਦਾ ਇੱਕ ਸਫ਼ਰ ਹੈ ਗਾਇਕੀ ਦਾ। ਬੜੇ ਸੀਨੀਅਰ ਇੱਕ ਸਿੰਗਰ ਸਾਡੇ ਨਾਲ ਇਸ ਵਕਤ ਮੌਜੂਦ ਨੇ। ਆਗਾਜ਼ ਇਹਨਾਂ ਨੇ ਮੁਲਤਾਨ ਰੇਡੀਓ ਤੋਂ ਕੀਤਾ ਸੀ ਔਰ ਅੱਜ ਤੋਂ ਕੋਈ 25-30 ਸਾਲ ਪਹਿਲੇ ਹੀ ਪੀਟੀਵੀ ਦੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੇ ਪਰਫਾਰਮ ਕੀਤਾ। ਪ੍ਰੋਡਿਊਸਰ ਉਦੋਂ ਹੁੰਦੇ ਸਨ ਮੁਹੰਮਦ ਅਸਲਮ ਕੁਰੈਸ਼ੀ ਔਰ ਅਸਲਮ ਖਾਵਰ ਸਿਆਲ ਸਾਹਿਬ। ਉਹਨਾਂ ਦੇ ਪ੍ਰੋਗਰਾਮ 'ਚ ਵੀ ਇਹਨਾਂ ਨੇ ਪਰਫਾਰਮ ਕੀਤਾ। ਉਸਤਾਦ ਇਹਨਾਂ ਦੇ ਨੇ ਇਨਾਇਤ ਹੁਸੈਨ ਪੱਟੀ ਸਾਹਿਬ। ਪੱਟੀ ਸਾਹਿਬ ਦਾ ਨਾਂ ਲੈਂਦੇ ਆ ਤੇ ਬਿਲਕੁਲ ਨਾ ਇੱਕ ਮਿਊਜ਼ੀਕਲ ਜੀ ਚੀਜ਼ ਹੋ ਜਾਂਦੀ ਹੈ। ਨਾਂ ਲੈਂਦੇ ਇੰਜ ਲੱਗਦਾ ਕਿ ਗੀਤ ਜਿਹਾ ਹੋ ਗਿਆ ਕੋਈ ਨਾ ਕੋਈ ਟੱਪਾ ਕੋਈ ਮਾਈਆ ਕੋਈ ਗੱਲ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦੀਆਂ ਨੇ। ਅੱਛਾ ਉਸਤਾਦ ਤੇ ਇਹਨਾਂ ਦੇ ਕਈ ਨੇ ਉਹਨਾਂ ਬਾਰੇ ਉਹ ਸਵਾਲ ਵੀ ਅਸੀਂ ਕਰਾਂਗੇ ਲੇਕਿਨ ਇਹਨਾਂ ਨੇ ਕਿਹਾ ਕਿ ਅਤਾਉੱਲਾ ਇਸਾ ਖੇਲਵੀ ਸਾਹਿਬ ਦੀ ਕੈਸਟ ਜਿਹੜੀ ਹੈ ਲਾਲਾ ਜੀ ਦੀ ਕੈਸਟ ਜਿਹੜੀ ਹੈ ਉਹ ਮੇਰੀ ਉਸਤਾਦ ਹੈ। ਇਹਦੇ ਬਾਰੇ ਵੀ ਜਾਣਾਂਗੇ ਕਿ ਕੈਸਟ ਕਿਵੇਂ ਉਸਤਾਦ ਹੋ ਸਕਦੀ ਹੈ ਕਿਸੇ ਦੀ। ਲਓ ਜੀ ਅਵਾਰਡ ਕੋਈ 200 ਦੇ ਕਰੀਬ ਇਹਨਾਂ ਦੇ ਕੋਲ ਮੌਜੂਦ ਨੇ। ਢੇਰਾ ਢੇਰੇ ਅਵਾਰਡ ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ। 3 ਤੋਂ 4 ਮੁਲਕਾਂ 'ਚ ਪਰਫਾਰਮ ਕਰ ਚੁੱਕੇ ਨੇ। ਨਾ ਇਹਨਾਂ ਦਾ ਇਜਾਜ਼ ਰਾਈ ਜੀ ਆਇਆਂ ਨੂੰ ਕਹਾਂਗੇ ਇਜਾਜ਼ ਰਾਈ ਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮੇਰੀ ਬਹੁਤ ਇੱਜ਼ਤ ਸ਼ੁਕਰੀਆ ਅਫਜ਼ਾਈ ਕੀਤੀ ਹੌਸਲਾ ਅਫਜ਼ਾਈ ਕੀਤੀ ਜੀ। ਕੈਸਾ ਸਾਡਾ ਸੈੱਟ ਕੈਸਾ ਰੰਗਲਾ ਲੱਗਾ? ਬਹੁਤ ਜ਼ਬਰਦਸਤ ਸੈੱਟ ਹੈ ਤੇ ਮੈਂ ਪਹਿਲੇ ਹੀ ਨੈਟ ਤੇ ਹੀ ਦੇਖ ਚੁੱਕਿਆ ਤੁਹਾਡਾ ਸੈੱਟ। ਸਾਡਾ ਸੈੱਟ ਤੇ ਨੈਟ ਤੇ ਪਹੁੰਚ ਗਿਆ ਕੋਮਲ ਸਾਨੂੰ ਪਤਾ ਬੜਾ ਖੂਬਸੂਰਤ ਹੈ ਮਾਸ਼ਾਅੱਲਾ। ਅੱਛਾ ਤੁਸੀਂ ਵੀ ਬੜੇ ਸੋਹਣੇ ਅੱਜ ਲੱਗ ਰਹੇ ਜੇ। ਨਹੀਂ ਤੁਸੀਂ ਮੇਰੇ ਤੋਂ ਵੱਧ ਸੋਹਣੇ ਹੋ। ਲਓ ਜੀ ਇੰਜ ਇੱਕ ਦੂਜੇ ਦੀ ਤਾਰੀਫ ਕਰਦੇ ਰਹੀਏ ਖੂਨ ਵੱਧਦਾ ਬੜਾ ਚੰਗਾ ਲੱਗਦਾ। ਸਹੀ ਗੱਲ ਹੈ। ਤੇ ਕੇਸਟ ਦੀ ਗੱਲ ਪਹਿਲੇ ਕਰ ਲਈ ਕਿਉਂਕਿ ਮੈਂ ਜਦੋਂ ਇਹ ਜਾਣਿਆ ਨਾ ਤੇ ਬਾਰ-ਬਾਰ ਜਿਹੜੇ ਟਰੱਕ ਚਲਾਉਂਦੇ ਨੇ ਸਾਡੇ ਮਿੱਤਰ ਸਾਡੇ ਦੋਸਤ ਇੱਕ ਸੂਬੇ ਤੋਂ ਦੂਜੇ ਸੂਬੇ ਤੇ ਜਾਂਦੇ ਨੇ ਸਮਾਨ ਲੈ ਕੇ ਕੋਈ ਖੁਰਾਕ ਕੋਈ ਕਣਕ ਲੈ ਕੇ ਕੋਈ ਚੀਜ਼ ਵੀ ਲੈ ਕੇ ਉਹਨਾਂ ਦੀ ਸੰਗੀ ਹੁੰਦੀ ਹੈ ਲਾਲਾ ਜੀ ਦੀ ਕੇਸਟ ਅਤਾਉੱਲਾ ਇਸਾ ਖੇਲਵੀ ਸਾਹਿਬ ਦੀ ਕੇਸਟ ਹੁੰਦੀ ਹੈ। ਉਹ ਕੇਸਟ ਸੁਣਦੇ ਰਹਿੰਦੇ ਨੇ ਉਹ ਟਰੱਕ ਚੱਲਦਾ ਰਹਿੰਦਾ ਹੈ। ਰਾਹ 'ਚ ਖਲੋ ਕੇ ਕਿਤੇ ਤੇਜ਼ ਪੱਤੀ ਵਾਲੀ ਚਾਹ ਵੀ ਉਹ ਪੀਂਦੇ ਨੇ
ਤਾਂ ਉਹ ਸਮਾਨ ਜਿਹੜਾ ਹੈ ਪੰਜਾਬ ਤੋਂ ਕਿਸੇ ਹੋਰ ਸੂਬੇ ਤੇ ਪਹੁੰਚਦਾ ਹੈ ਬਿਲਕੁਲ। ਔਰ ਫਿਰ ਲੋਕ ਜਿਹੜੇ ਨੇ ਉਹ ਖੁਰਾਕ ਉਹ ਹਾਸਲ ਕਰ ਲੈਂਦੇ ਨੇ। ਤੁਸੀਂ ਵੀ ਇਹਦਾ ਬਿਆਨ ਕੀਤਾ ਹੈ ਕਿ ਇਹ ਕੇਸਟ ਤੁਹਾਡੀ ਕਿਸ ਤਰ੍ਹਾਂ ਉਸਤਾਦ ਰਹੀ? ਸਭ ਤੋਂ ਪਹਿਲੇ ਤਾਂ ਮੈਂ ਕੇਸਟ ਹੀ ਸੁਣੀ ਹੈ ਨਾ। ਜੀ ਜੀ। ਕੇਸਟ ਨੇ ਮੇਰੀ ਬੜੀ ਰਹਿਨਮਾਈ ਕੀਤੀ ਹੈ। ਅਤਾਉल्ला ਈਸਾ ਖਿਲवी ਸਾਹਿਬ ਦੇ ਮੇਰੇ ਉਸਤਾਦ ਵੀ ਹੈਗੇ ਨੇ ਉਹ, ਔਰ ਅਨਸਨ ਭੱਟੀ ਵੀ ਮੇਰੇ ਉਸਤਾਦ ਸਨ। ਤੇ ਕੇਸਟ ਦੇ ਵਿੱਚ ਜਿਹੜਾ ਉਹਨਾਂ ਦਾ ਉਤਾਰ ਚੜ੍ਹਾਅ ਹੋਇਆ, ਉਹਨਾਂ ਨੂੰ ਵੇਖਿਆ ਸਭ ਤੋਂ ਪਹਿਲੇ, ਉਸ ਨੂੰ ਮਿਹਨਤ ਕੀਤੀ ਉਹਦੇ ਤੇ ਥੋੜ੍ਹਾ ਬਹੁਤ ਕੰਟਰੋਲ ਹੋਇਆ, ਥੋੜ੍ਹਾ ਬਹੁਤ ਨਹੀਂ ਹੋਇਆ। ਬਸ ਇਸ ਵਾਸਤੇ ਕੇਸਟ ਸਭ ਤੋਂ ਪਹਿਲੇ ਕੇਸਟ ਮੇਰੇ ਉਸਤਾਦ ਲਾਲੇ। ਵਾਹ 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 ਵਾਹ। ਤੇ ਕੇਸਟ ਤੋਂ ਲੈ ਕੇ ਸੀਡੀ ਔਰ ਸੀਡੀ ਤੋਂ ਲੈ ਕੇ ਅਸੀਂ USB ਔਰ ਫਿਰ ਹੁਣ ਇੰਟਰਨੈਟ, ਜਿਵੇਂ ਤੁਸੀਂ ਇੰਟਰਨੈਟ ਦਾ ਜ਼ਿਕਰ ਕੀਤਾ, ਹੁਣ ਇਸ ਮਿਊਜ਼ਿਕ ਤੱਕ ਅਸੀਂ ਅੱਪੜ ਗਏ ਹਾਂ। ਅਸੀਂ ਕਈ ਵੈਬਸਾਈਟਾਂ ਤੇ ਵੇਖਨੇ ਆ ਜਾਂ ਹੋਰ ਸੋਸ਼ਲ ਮੀਡੀਆ ਤੇ ਅਸੀਂ ਗਾਣੇ ਵਾਣੇ ਸੁਣ ਲੈਂਦੇ ਹਾਂ। ਹੁਣ ਤੇ ਬੜਾ ਆਸਾਨ ਹੈ, ਕੋਈ ਵੀ ਗਾਣਾ ਕਿਤੇ ਵੀ ਬਹਿ ਕੇ ਉਹਨੂੰ ਸੁਣਿਆ ਜਾ ਸਕਦਾ। ਲੇਕਿਨ ਤੁਹਾਡੀ ਇੱਕ ਜਰਨੀ ਜਿਹੜੀ ਹੈ ਉਹ ਸਾਨੂੰ ਦੱਸਦੀ ਹੈ ਕਿ ਕਿਵੇਂ ਕੇਸਟ ਦੇ ਨਾਲ ਦੋਸਤੀ ਹੋ ਸਕਦੀ, ਉਹਦੇ ਤੋਂ ਵੀ ਸਿੱਖਿਆ ਜਾ ਸਕਦਾ। ਇਸ ਤੋਂ ਇਲਾਵਾ ਤੁਹਾਡੇ ਕਈ ਇੱਕ ਉਸਤਾਦ ਰਹੇ ਨੇ, ਅਨਾਇਤ ਹਸਨ ਭੱਟੀ ਸਾਹਿਬ ਦਾ ਤੇ ਜ਼ਿਕਰ ਹੋਇਆ ਹੀ ਹੋਇਆ। ਬਿਲਕੁਲ, ਅਨਾਇਤ ਹਸਨ ਭੱਟੀ ਸਾਹਿਬ, ਉਸਤਾਦ ਕਰੀਮ ਖਾਨ ਸਾਹਿਬ ਮੁਲਤਾਨ ਤੋਂ ਮੇਰੇ ਉਸਤਾਦ, ਉਸਤਾਦ ਅਬਦੁਲ ਵਾਹਿਦ ਅब्बासी ਸਾਹਿਬ ਫੌਤ ਹੋ ਗਏ ਨੇ ਜਿਹਦੇ ਮੈਂ ਦੱਸ ਰਿਹਾ। ਤੇ ਆਪਣਾ ਅਬਦੁਲ ਵਾਹਿਦ अब्बासी ਸਾਹਿਬ, ਅਬਦੁਲ ਗਨੀ ਸਾਹਿਬ, ਮਾਸਟਰ ਮੁਨੀਰ ਸਾਹਿਬ, ਉਹ 50 ਤੋਂ ਉੱਤੇ ਉਸਤਾਦ, 52 ਤਕਰੀਬਨ ਉਸਤਾਦ। ਮਾਸ਼ਾਅੱਲਾ, ਵਾਹ ਜੀ ਵਾਹ, ਬੜੀ ਸੋਹਣੀ ਗੱਲ ਹੈ। ਲੋ ਨਾਜ਼ਰੀਨ, ਸਾਡੀ PTV ਦੀ ਰਿਵਾਇਤ ਹੈ ਕਿ ਜਿੰਨੇ ਵੀ ਦੋਸਤ ਸਾਡੇ ਸਾਈਡ ਤੇ ਮੌਜੂਦ ਹੋਣ ਸਭ ਦਾ ਇੰਟਰੋਡਕਸ਼ਨ ਕਰਾਉਣਾ ਚਾਹੀਦਾ, ਕਰਾਣੇ ਵੀ ਆ। ਅੱਜ ਵੀ ਸਾਡੇ ਸਿੰਗਰ ਤੇ ਹੈ ਹੀ ਹੈ ਨੇ, ਉਹਨਾਂ ਨਾਲ ਹੋਰ ਵੀ ਸੰਗਤੀ ਨੇ ਜਿਹੜੇ ਕਿ ਮਿਊਜ਼ੀਕਲ ਇੰਸਟਰੂਮੈਂਟਸ ਪਲੇ ਕਰਨਗੇ, ਫਿਰ ਹੀ ਅਸੀਂ ਗੀਤ ਸੁਣ ਸਕਾਂਗੇ। ਉਹਨਾਂ ਦਾ ਇੰਟਰੋਡਕਸ਼ਨ ਥੋੜਾ ਜਿਹਾ ਮੈਂ ਕਰਾ ਦੇਣਾ। ਬੜੇ ਹੀ ਸੀਨੀਅਰ, ਤੁਸੀਂ ਅਕਸਰ ਉਹਨਾਂ ਨੂੰ ਪਾਕਿਸਤਾਨ ਟੈਲੀਵਿਜ਼ਨ ਦੇ ਕਈ ਪ੍ਰੋਗਰਾਮਸ ਵਿੱਚ ਵੇਖਦੇ ਹੋ। ਉਸ ਤੋਂ ਇਲਾਵਾ ਵੀ ਲਾਹੌਰ ਦੇ ਵਿੱਚ ਜਿੰਨੇ ਵੀ ਫੰਕਸ਼ਨ ਹੁੰਦੇ ਨੇ ਉੱਥੇ ਵੀ ਵੇਖਦੇ ਹੋ। ਸ਼ਹਿਜ਼ਾਦ ਅਖਤਰ ਸਾਹਿਬ ਕੀਬੋਰਡ ਪਲੇ ਕਰਨਗੇ, ਮੁਹੰਮਦ ਇਕਬਾਲ ਨਾਲ ਸਪੈਨਿਸ਼ ਗਿਟਾਰ ਵਜਾਣਗੇ। ਬਿਲਕੁਲ ਇਹਨਾਂ ਦੇ ਨਾਲ ਅਕਮਲ ਕਾਦਰੀ ਬੜੀ ਸੋਹਣੀ ਵੰਜਲੀ ਵਜਾਉਂਦੇ ਨੇ, ਬੜੀ ਸੋਹਣੀ ਬਾਂਸੁਰੀ ਵਜਾਉਂਦੇ ਨੇ। ਬਾਂਸੁਰੀ ਬਾਰੇ ਕਿਹਾ ਜਾਂਦਾ ਕਿ ਬਾਂਸ ਤੋਂ ਚੂੰਕਿ ਅਲੱਗਾ ਹੋਈ ਹੁੰਦੀ ਹੈ, ਵੱਖ ਹੋਈ ਹੁੰਦੀ ਹੈ, ਇਸ ਕਰਕੇ ਇਹਦੇ ਵਿੱਚੋਂ ਜਿਹੜਾ ਸੁਰ ਨਿਕਲਦਾ, ਜਿਹੜੀ ਆਵਾਜ਼ ਨਿਕਲਦੀ, ਉਹਦੇ 'ਚ ਜੁਦਾਈ ਦਾ ਦਰਦ ਹੁੰਦਾ। ਤੇ ਇਨਸਾਨਾਂ ਦੇ ਵਿੱਚ ਜਿਹੜੀ ਜੁਦਾਈ ਦਾ ਦਰਦ ਹੈ ਜਾਂ ਵਿਛੋੜੇ ਦਾ ਦਰਦ ਹੈ, ਉਹ ਵੰਜਲੀ ਦੇ ਜ਼ਰੀਏ ਜਾਂ ਬਾਂਸੁਰੀ ਦੇ ਜ਼ਰੀਏ ਵੀ ਅਸੀਂ ਸੁਣ ਲੈਂਦੇ ਹਾਂ। ਇਹਨਾਂ ਦੇ ਨਾਲ ਜਨਾਬ ਮਹਿਮੂਦੁਲ ਹਸਨ ਜੱਗੂ ਨੇ, ਕਾਲਾ ਜੋੜਾ ਇਹਨਾਂ ਨੇ ਪਾਇਆ ਹੋਇਆ, ਤਬਲਾ ਵਜਾਣਗੇ। ਔਰ ਬਿਲਕੁਲ ਗੁਲਾਮ ਕਮਰ ਨਾਲ ਢੋਲਕ ਵਜਾਣਗੇ। ਇਹਨਾਂ ਨੂੰ ਵੀ ਜੀ ਆਇਆਂ ਨੂੰ ਕਹਾਂਗੇ, ਇਹ ਕਿਵੇਂ ਦਾ ਰੰਗ ਲਾਉਂਦੇ ਨੇ ਇਹ ਵੀ ਅਸੀਂ ਵੇਖਾਂਗੇ। ਤੇ ਕਿਉਂ ਨਾ ਪਹਿਲੇ ਥੋੜਾ ਜਿਹਾ ਸੰਗੀਤ ਹੋ ਜਾਏ, ਫਿਰ ਅਸੀਂ ਗੱਲਬਾਤ ਕਰੀਏ। ਬਿਲਕੁਲ। ਤੇ ਇੱਕ ਜ਼ਰਾ ਆਈਟਮ ਜ਼ਰਾ ਪੇਸ਼ ਕਰ ਲਿਆ ਜੀ। ਤੇਰਾ ਚਾਂਦੀ ਵਾਲਾ ਛੱਲਾ ਸਾਨੂੰ ਕੀਤੀ ਬੱਤੇ ਝੱਲਾ, ਤੈਨੂੰ ਯਾਰ ਬਣਾਉਣਾ ਏ ਛੱਲਾ ਵੀ ਵੱਟੂਆ ਮੁਣਾ ਏ। ਤੇਰਾ ਚਾਂਦੀ ਵਾਲਾ ਛੱਲਾ ਸਾਨੂੰ ਕੀਤੀ ਬੱਤੇ ਝੱਲਾ, ਤੈਨੂੰ ਯਾਰ ਬਣਾਉਣਾ ਏ ਛੱਲਾ ਵੀ ਵੱਟੂਆ ਮੁਣਾ ਏ। ਤੇਰਾ ਚਾਂਦੀ ਵਾਲਾ ਛੱਲਾ, ਤੇਰਾ ਚਾਂਦੀ ਵਾਲਾ ਛੱਲਾ।
ਤੇਰਾ ਚਾਂਦੀ ਵਾਲਾ ਛੱਲਾ ਬੜਾ ਮਹਿੰਗਾ ਗਾਣਾ ਗਾਇਆ ਜੇ, ਚਾਂਦੀ ਵੀ ਹੁਣ ਏਡੀ ਸਸਤੀ ਨਹੀਂ ਰਹੀ। ਸੋਨੇ ਦੀ ਤੇ ਸੋਨਾ ਗੱਲ ਹੀ ਮਹਿੰਗਾ ਹੋ ਚੱਲ- ਗਿਆ ਨਾ। ਚਾਂਦੀ ਦੀ ਗੱਲ ਕਰ ਲਈ, ਉਹ ਛੱਲਾ ਵੀ ਜਿਹੜਾ ਬੜਾ ਮਹਿੰਗਾ ਹੋ ਗਿਆ ਤੇ ਗਾਣਾ ਵੀ ਮਹਿੰਗਾ ਹੋ ਗਿਆ ਹੈ ਕੋਮਲ। ਤੇ ਜੱਗੂ ਨੇ ਜਿਵੇਂ ਮੈਂ ਕਿਹਾ ਕਾਲਾ ਜੋੜਾ ਪਾਇਆ, ਪਤਾ ਨਹੀਂ ਕਿਹਦੀ ਫਰਮਾਇਸ਼ ਤੇ ਤੇ ਸ਼ਹਿਜ਼ਾਦ ਸਾਹਿਬ ਨੇ ਵੀ ਪਾਇਆ ਹੋਇਆ ਹੈ ਨਾ। ਤੇ ਕਾਲੇ ਜੋੜੇ ਦੀ ਗੱਲ ਅਸੀਂ ਕਰ ਰਹੇ ਹਾਂ। ਤੁਹਾਨੂੰ ਵੇਖ ਕੇ ਵੈਸੇ ਹੀ ਅਤਾਉੱਲਾ ਇਸਾ ਖੇਲਵੀ ਸਾਹਿਬ ਯਾਦ ਆ ਜਾਂਦੇ ਨੇ, ਤੁਹਾਡੇ ਅਟਾਇਰ ਤੋਂ, ਤੁਹਾਡੇ ਚਿਹਰੇ ਮੋਹਰੇ ਤੋਂ, ਮੁਹਾਂਦਰੇ ਤੋਂ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼ਬੀਹ ਇੱਕ ਪੈਂਦੀ ਬਿਲਕੁਲ, ਹੈ, ਇੱਕ ਝੋਲਾ ਜਿਹਾ ਪੈਂਦਾ, ਲੱਗਦਾ ਕਿ ਜਿਹੜਾ ਨਾ ਇਹ ਸਿਰਫ ਸਾਨੂੰ ਹੀ ਨਹੀਂ ਲੱਗਦਾ, ਬਾਕੀ ਲੋਕਾਂ ਨੂੰ ਵੀ ਲੱਗਦਾ। ਜੀ ਬਿਲਕੁਲ ਇਵੇਂ ਹੀ ਲੱਗਦਾ। ਤੇ ਕੀ ਖਿਆਲ ਹੈ ਉਹਨਾਂ ਨੂੰ ਯਾਦ ਹੀ ਕਰ ਲਿਆ ਜਾਏ, ਉਹਨਾਂ ਦਾ ਕੋਈ ਗੀਤ ਨਾ ਗਾ ਲਿਆ ਜਾਏ, ਐਵੇਂ ਇੱਕ ਟ੍ਰਿਬਿਊਟ ਉਹਨਾਂ ਨੂੰ ਪੇਸ਼ ਕੀਤਾ ਜਾਵੇ। ਔਰ ਗੱਲ ਕਮੀਜ਼ ਦੀ ਹੋ ਰਹੀ ਹੈ ਤੇ ਫਿਰ ਕਾਲੀ ਕਮੀਜ਼ ਦੀ ਗੱਲ ਕਰ ਲੈਂਦੇ ਹਾਂ। ਹਾਂ, ਮੇਰੇ ਵਾਸਤੇ ਇਜਾਜ਼ ਹੈ ਕਿ ਮੈਂ ਉਹਨਾਂ ਦੇ ਗੀਤ ਗਾਵਾਂਗਾ, ਕਾਲੀ ਕਮੀਜ਼ ਵੀ ਸੁਣਾਵਾਂਗੇ ਜੀ ਔਰ ਜਿਹੜੀ ਤੁਹਾਡੀ ਖਿਦਮਤ ਮੈਂ ਪੇਸ਼ ਕਰ ਰਿਹਾ ਜੀ ਇਨਸ਼ਾਅੱਲਾ। ਜੀ ਬਿਲਕੁਲ। ਵੇ ਤਾਹੀਂ ਇਸ਼ਕ ਦੀ ਬੇੜੀ ਤੋੜ ਨੀ ਚੜ੍ਹਦੀ, ਵਾਕਈ ਪਾਸੇ ਪੱਖ ਕੈ ਪਾਸੇ, ਇੱਥੇ ਤੁਲ ਦਾ ਤੋਲ ਬਰਾਬਰ ਨਹੀਂ, 100 ਕੈ ਪਾਸੇ ਲੱਖ ਕੈ ਪਾਸੇ। ਮਚ ਹੁਸਨ ਦਾ ਬੇ ਇਤਬਾਰਾ ਹੈ, ਅਗ ਕੈ ਪਾਸੇ ਬਖ ਕੈ ਪਾਸੇ। ਇਨ੍ਹਾਂ ਨਜਮੀ ਸੋਹਣਿਆਂ ਬੰਦਿਆਂ ਦਾ ਦਿਲ ਕੈ ਪਾਸੇ, ਅੱਖ ਕੈ ਪਾਸੇ। ਬਹਿ ਦੋ ਘੜੀਆਂ ਖੋਲ ਤੇ ਮੈਂ ਕੁਛ ਅਰਜ਼ ਕਰਾਂ, ਬਹਿ ਦੋ ਘੜੀਆਂ ਖੋਲ ਤੇ ਮੈਂ ਕੁਛ ਅਰਜ਼ ਕਰਾਂ। ਹੱਸ ਖਿਲ ਕੇ ਕੁਛ ਬੋਲ, ਹੱਸ ਖਿਲ ਕੇ ਕੁਛ ਬੋਲ ਤੇ ਮੈਂ ਕੁਛ ਅਰਜ਼ ਕਰਾਂ। ਬਹਿ ਦੋ ਘੜੀਆਂ ਖੋਲ ਤੇ ਮੈਂ ਕੁਛ ਅਰਜ਼ ਕਰਾਂ।
ਮੈਂ ਕੁਝ ਅਰਜ਼ ਕਰਾਂ ਬਹੁਤ ਚੰਗਾ ਲੱਗਾ, ਬੜਾ ਮਜ਼ਾ ਆ ਰਿਹਾ ਸੀ ਮੈਨੂੰ, ਦਿਲ ਨਹੀਂ ਸੀ ਕਰ ਰਿਹਾ ਕਿ ਇਹ ਗੀਤ ਜਿਹੜਾ ਹੈ ਉਹ ਖਤਮ ਹੋਵੇ। ਇਵੇਂ ਅਸੀਂ ਸੰਗੀਤ ਸੁਣਦੇ ਚਲੇ ਜਾਈਏ, ਇੱਕ ਖਾਸ ਰਿਦਮ ਵਿੱਚ ਤੁਸੀਂ ਚਲੇ ਜਾਂਦੇ ਹੋ, ਫੇਜ਼ ਵਿੱਚ ਚਲੇ ਜਾਂਦੇ ਹੋ ਜਦੋਂ ਤੁਸੀਂ ਚੰਗਾ ਮਿਊਜ਼ਿਕ, ਚੰਗਾ ਸੰਗੀਤ ਸੁਣਦੇ ਹੋ। ਤੇ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ ਤੇ ਮੈਨੂੰ ਨਹੀਂ ਸੀ ਸਮਝ ਆ ਰਹੀ ਕਿ ਹੁਣ ਮੈਂ ਗੱਲ ਕਰਾਂਗਾ। ਕਿਸੇ ਜ਼ਮਾਨੇ ਮੇਰਾ ਵੀ ਧਿਆਨ ਹੋਰ ਪਾਸੇ ਗਿਆ। ਨਹੀਂ ਐਡੀ ਦੂਰ ਨਹੀਂ ਗਿਆ ਧਿਆਨ, ਵਾਪਸ ਲੈ ਆਨੇ। ਅੱਛੀ ਗੱਲ ਹੈ, ਮੁਲਤਾਨ ਤੋਂ ਪਰੇ ਨਹੀਂ ਗਿਆ, ਅੱਛੀ ਗੱਲ ਹੈ। ਮੁਲਤਾਨ ਤੱਕ ਆਇਆ ਫਿਰ ਤੇ ਬੜਾ ਹੀ ਵਧੀਆ ਲੱਗ ਰਿਹਾ, ਬੜਾ ਸੋਹਣਾ ਲੱਗ ਰਿਹਾ। ਸਾਰੇ ਪਾਕਿਸਤਾਨ 'ਚ ਤੁਸੀਂ ਪਰਫਾਰਮ ਕੀਤਾ ਔਰ ਸਾਰੀ ਕਈ ਮੁਲਕਾਂ ਦੇ ਵਿੱਚ ਇਸ ਤੋਂ ਇਲਾਵਾ ਵੀ ਤੁਸੀਂ ਪਰਫਾਰਮ ਕਰਦੇ ਰਹੇ ਹੋ। ਇਹਦੇ ਬਾਰੇ ਮੈਂ ਮਜ਼ੀਦ ਜਾਣਾਂਗਾ ਔਰ ਇਸ ਬਾਰੇ ਸਵਾਲ ਵੀ ਤੁਹਾਡੇ ਕੋਲ ਕਰਾਂਗਾ ਕਿ ਜਿਹੜੇ ਸਾਡੇ ਦੂਜੇ ਸੂਬੇ ਹੈਗੇ ਨੇ, ਜਿਵੇਂ ਬਲੋਚਿਸਤਾਨ ਹੈ, ਸਿੰਧ ਹੈ ਜਾਂ ਗਿਲਗਿਤ ਬਲਤਿਸਤਾਨ ਹੈ ਜਾਂ KPK ਵੇ, ਜ਼ਾਹਿਰ ਪੰਜਾਬ 'ਚ ਜਦੋਂ ਤੁਸੀਂ ਗਾ ਰਹੇ ਹੁੰਦੇ ਹੋ ਔਰ ਜ਼ੁਬਾਨ ਨਾਲ ਜੁੜਤ ਵੀ ਹੁੰਦੀ ਹੈ ਔਰ ਲੋਕ ਸਮਝ ਵੀ ਰਹੇ ਹੁੰਦੇ ਨੇ ਕਿ ਗੱਲ ਹੈ ਕੀ ਹੈ, ਲੇਕਿਨ ਜਦੋਂ ਉੱਥੇ ਜਾ ਕੇ ਪਰਫਾਰਮ ਕਰਦੇ ਹੋ, ਉੱਥੇ ਜਿਹੜੇ ਸੁਣਨ ਵਾਲੇ ਨੇ, ਉੱਥੇ ਫਿਰ ਤੁਹਾਡੀ ਜ਼ੁਬਾਨ ਸੰਗੀਤ ਬਣ ਜਾਂਦੀ ਹੈ, ਯਾਨੀ ਮਿਊਜ਼ਿਕ ਤੁਹਾਡੀ ਜ਼ੁਬਾਨ ਬਣ ਜਾਂਦਾ ਹੈ। ਕਿਸ ਤਰ੍ਹਾਂ ਲੋਕ ਫਿਰ ਉਹਦੇ ਨਾਲ ਕਨੈਕਟ ਹੁੰਦੇ ਨੇ, ਜੁੜਦੇ ਕਿਵੇਂ ਨੇ? ਬਿਲਕੁਲ, ਮੈਂ ਇੱਕ ਪ੍ਰੋਗਰਾਮ ਦਾ ਜ਼ਿਕਰ ਆ ਗਿਆ ਤੇ ਲੋਰਾ ਲਈ ਦਾ ਇੱਕ ਇਲਾਕਾ ਹੈ, ਮੈਂ ਉੱਥੇ ਪ੍ਰੋਗਰਾਮ ਤੇ ਗਿਆ ਸੀ ਤੇ ਸਾਰੇ ਪਸ਼ਤੂ ਵਾਲੇ ਉੱਥੇ ਪਖਤੂਨ ਬੋਲਣ ਵਾਲੇ ਸੀ, ਲੇਕਿਨ ਉਹਨਾਂ ਨੇ ਸਰਕੀ ਨੂੰ ਇਤਨਾ ਸੁਣਿਆ, ਇਤਨਾ ਮਜ਼ਾ ਕੀਤਾ ਉਹਨਾਂ ਨੇ ਕਿ ਮੇਰਾ ਦਿਲ ਕਰਦਾ ਸੀ ਕਿ ਮੈਂ ਦੁਬਾਰਾ ਉੱਥੇ ਜਾ ਕੇ ਸ਼ੋਅ ਕਰਾਂ। ਬੜੀ ਗੱਲ ਹੈ, ਬਹੁਤ ਖੂਬਸੂਰਤ। ਔਰ ਜਿਹੜਾ ਕੋਈ ਵੀ ਆਰਟਿਸਟ ਹੁੰਦਾ, ਐਂਬੈਸਡਰ ਹੁੰਦਾ, ਜਿਵੇਂ ਅਸੀਂ ਜਾਣਦੇ ਹਾਂ, ਔਰ ਉਹ ਦੁਨੀਆ ਤੇ ਕਿਤੇ ਵੀ ਜਾਵੇ ਉਹ ਆਪਣਾ ਸੰਗੀਤ ਲੈ ਕੇ ਜਾਂਦਾ ਹੈ, ਅਮਨ ਦੀ ਗੱਲ ਕਰਦਾ ਹੈ, ਪਿਆਰ ਦੀ ਉਹ ਗੱਲ ਕਰਦਾ ਹੈ। ਸਾਰੇ ਪਾਕਿਸਤਾਨ 'ਚ ਵੀ ਤੁਸੀਂ ਰੰਗ ਲਾਏ ਨੇ ਔਰ ਮੁਲਕੋਂ ਬਾਹਰ ਵੀ ਤੁਸੀਂ ਰੰਗ ਲਾਏ ਨੇ। ਤੇ ਹੁਣ ਮੇਰਾ ਖਿਆਲ ਹੈ ਨਿੱਕਾ ਜਿਹਾ ਇੱਕ ਵੇਲਾ ਹੋ ਗਿਆ ਵਿੱਥ ਪਾਉਣ ਦਾ, ਬ੍ਰੇਕ ਦਾ, ਤੇ ਬ੍ਰੇਕ ਵੱਲ ਵੱਧ ਜਾਂਦੇ ਆ। ਇੱਥੇ ਪੱਟੀ ਚੱਲਦੀ ਹੋਵੇਗੀ, ਨੰਬਰ ਵੀ ਲਿਖਿਆ ਹੋਵੇਗਾ, ਉੱਥੇ ਤੁਸੀਂ ਕਾਲ ਕਰ ਸਕਦੇ ਹੋ। ਪਾਕਿਸਤਾਨ ਦੇ ਵਿੱਚ ਜਿੱਥੇ ਵੀ ਬੈਠੇ ਹੋ, ਇਹ ਨੰਬਰ ਸਿੱਧਾ ਸਾਡੇ ਸਟੂਡੀਓ ਦੇ ਜਿਹੜਾ ਸੈੱਟ ਪਿਆ ਉਹਦੀ ਬੈਲ ਵਜਾ ਦੇਗਾ। ਔਰ ਇਸ ਤੋਂ ਇਲਾਵਾ ਚਿੱਠੀ ਲਿਖਣ ਦਾ ਪਤਾ ਵੀ ਥੱਲੇ ਚੱਲ ਰਿਹਾ ਹੋਵੇਗਾ, ਚਿੱਠੀ ਵੀ ਲਿਖ ਸਕਦੇ ਹੋ, ਖਤ ਪੱਤਰ ਵੀ ਲਿਖ ਸਕਦੇ ਹੋ। ਖਤ ਪੜ੍ਹਨਾ ਮੈਨੂੰ ਬੜਾ ਚੰਗਾ ਲੱਗਦਾ, ਡਿਜੀਟਲ ਮੈਨੂੰ ਬਹੁਤਾ ਚੰਗਾ ਨਹੀਂ ਲੱਗਦਾ, ਕਿਉਂਕਿ ਪੇਪਰ ਹੋਵੇ ਹੱਥ ਦੇ ਵਿੱਚ ਔਰ ਗੱਲ ਜਿਹੜੀ ਲਿਖੀ ਹੋਵੇ ਉਹ ਫਿਰ ਦਿਲੋਂ ਨਿਕਲਦੀ ਹੈ, ਦਿਲ ਤੱਕ ਕੱਪੜਦੀ ਹੈ। ਚਿੱਠੀ ਵੀ ਜ਼ਰੂਰ ਲਿਖੋ। ਨਿੱਕੀ ਜੀ ਬ੍ਰੇਕ ਵੱਲ ਵੱਧਦੇ ਹਾਂ ਜੀ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਰਹਿਣਾ ਸਾਡੇ ਨਾਲ ਹੈ। ਜੀ ਨਾਜ਼ਰੀਨ, ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਂਝ ਪਾਉਣ ਲਈ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਗਿਆ। ਮੇਰਾ ਨਾਮ ਹੈ ਕੋਮਲ ਰਾਜਾ ਤੇ ਮੇਰੇ ਨਾਲ ਨੇ ਅਲੀ ਉਸਮਾਨ ਬਾਜਵਾ ਜੀ। ਬ੍ਰੇਕ ਤੋਂ ਪਹਿਲਾਂ ਤੁਸੀਂ ਵੇਖਿਆ ਬਲਕਿ ਸੁਣਿਆ ਵੀ, ਸਾਡੇ ਨਾਲ ਕਿੰਗ ਆਫ ਫੋਕ ਜਿਨ੍ਹਾਂ ਨੂੰ ਆਖੀਦਾ ਮੁਲਤਾਨ ਤੋਂ ਉਹਨਾਂ ਦਾ ਤਾਲੁਕ ਹੈ, ਇਜਾਜ਼ ਰਾਹੀ ਮੌਜੂਦ ਨੇ। ਉਹਨਾਂ ਨਾਲ ਮਜ਼ੀਦ ਗੁਫ਼ਤਗੂ ਵੀ ਕਰਾਂਗੇ ਤੇ ਉਹਨਾਂ ਨੂੰ ਮਜ਼ੀਦ ਸੁਣਾਂਗੇ ਵੀ। ਜੀ ਬਿਲਕੁਲ, ਉਹਨਾਂ ਨੂੰ ਮਜ਼ੀਦ ਸੁਣਾਂਗੇ। ਔਰ ਪਹਿਲੇ ਜਿਹੜਾ ਜੋੜੇ ਚਿਮਟਾ ਦਾ ਗਰੁੱਪ ਸਾਡੇ ਨਾਲ ਆਇਆ ਸੀ, ਉਹਨਾਂ ਸਾਨੂੰ ਮਾਹੀਏ ਸੁਣਾਏ ਸਨ। ਤੇ ਇੱਕ ਤੇ ਮਾਹੀਆ ਟੱਪਾ ਹੁੰਦਾ ਤੇ ਇੱਕ ਮਾਹੀਆ ਮਹਿਬੂਬ ਵੀ ਹੁੰਦਾ। ਉਸ ਮਹਿਬੂਬ ਦੀ ਗੱਲ, ਉਸ ਮਾਹੀਏ ਦੀ ਗੱਲ ਵੀ ਅਸੀਂ ਸੁਣਾਂਗੇ। ਸਾਡੇ ਜਿਹੜੇ ਪੁਰਾਣੇ ਜਿਨ੍ਹਾਂ ਨੇ ਸਾਂਝ ਬਣਾਈ ਹੈ ਸਾਡੇ ਨਾਲ ਸਟੂਡੀਓ ਦੇ ਵਿੱਚ, ਉਹਨਾਂ ਦੇ ਕੋਲੋਂ ਸੁਣਾਂਗੇ ਅਸੀਂ। ਤੇ ਗੱਲ ਅਸੀਂ ਕਰ ਰਹੇ ਸੀ ਕਿ ਜਿਵੇਂ ਤੁਸੀਂ ਸਾਰੇ ਪਾਕਿਸਤਾਨ ਦੇ ਵਿੱਚ ਪਰਫਾਰਮ ਕੀਤਾ ਔਰ ਪਸ਼ਤੂਨ ਭਰਾਵਾਂ ਨੇ ਬੜਾ ਹੀ ਤੁਹਾਨੂੰ ਪਿਆਰ ਦਿੱਤਾ ਔਰ ਤੁਹਾਡਾ ਜੀ ਕੀਤਾ ਕਿ ਮੁੜ ਕੇ ਤੁਸੀਂ ਵਾਪਸ ਉੱਥੇ ਜਾਓ। ਮੁਲਕੋਂ ਬਾਹਰ ਕਿਹੜੇ ਮੁਲਕ ਤੁਸੀਂ ਪਰਫਾਰਮ ਕੀਤਾ ਹੈ? ਬਸ ਹਾਲਾਤ ਦੇ ਵਜ੍ਹਾ ਨਾਲ ਕੁਝ ਸਾਲਾਂ ਤੋਂ ਮੈਂ ਆਊਟ ਹੋ ਗਿਆ ਸੀ, ਜਿਹਦੀ ਵਜ੍ਹਾ ਨਾਲ ਮੈਂ ਕਾਫੀ ਪਿੱਛੇ ਚਲਾ ਗਿਆ। ਬਸ 1-2-4 ਮੁਲਕਾਂ 'ਚ ਬਸ ਗਿਆ। ਸਹੀ। ਤੇ ਉੱਥੇ ਵੀ ਇੰਨਾ ਹੀ ਪਿਆਰ, ਇੰਨੀ ਹੀ ਚਾਹਤ ਮਿਲੀ ਹੋਣੀ? ਇੱਥੋਂ ਵੱਧ ਕੇ ਪਿਆਰ ਮਿਲਿਆ, ਇੱਥੋਂ ਵੱਧ ਕੇ। ਪਾਕਿਸਤਾਨ ਨਾਲੋਂ ਵੱਧ ਕੇ ਇੱਥੇ ਵੀ ਲੋਕ ਪਿਆਰ ਕਰਦੇ ਨੇ, ਉੱਥੇ ਵੱਧ ਕੇ ਪਿਆਰ ਮਿਲਿਆ। ਹਾਂ, ਮੈਂ ਇੱਕ ਨਿੱਕੀ ਜਿਹੀ ਗੱਲ ਕਰਨਾ ਚਾਹ ਰਿਹਾ ਸੀ ਕਿ ਜਿਹੜੇ ਵੀ ਸਿੰਗਰ ਕੋਲੋਂ ਪੁੱਛਿਆ ਜਾਵੇ ਤੇ ਉਹ ਇਹ ਕਹਿੰਦਾ ਕਿ ਜਦੋਂ ਮੁਲਕੋਂ ਬਾਹਰ ਜਾਂਦੇ ਆ ਤੇ ਬਹੁਤਾ ਪਿਆਰ ਮਿਲਦਾ। ਤੇ ਤੁਸੀਂ ਵੀ ਬਹੁਤਾ ਪਿਆਰ ਕੀਤਾ ਕਰੋ ਸਿੰਗਰਸ ਦੇ ਨਾਲ ਜਿਹੜੇ ਸਾਡੇ ਪਾਕਿਸਤਾਨ ਦੇ ਨੇ, ਪਾਕਿਸਤਾਨ 'ਚ ਰਹਿ ਕੇ। ਕੀ ਖਿਆਲ? ਤੇ ਤੁਹਾਡੇ ਉਸਤਾਦ ਇਨਾਇਤ ਹੁਸੈਨ ਭੱਟੀ ਸਾਹਿਬ ਔਰ ਫਿਰ ਤੁਹਾਡੀ ਸੰਗਤ ਜਿਹੜੀ ਹੈ, ਉੱਠਣਾ ਬਹਿਣਾ ਔਰ ਮੁਲਾਕਾਤਾਂ ਰਹੀਆਂ ਨੇ ਅਤਾਉੱਲਾ ਇਸਾ ਖੇਲਵੀ ਸਾਹਿਬ ਨਾਲ ਵੀ। ਬਿਲਕੁਲ। ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਜਦੋਂ ਥੋੜੇ ਨਿੱਕੇ ਹੁੰਦੇ ਸੋ? ਕਿ ਕੋਈ ਐਸੀ ਕੋਈ? ਬਿਲਕੁਲ, ਅਨੈਸਨ ਭੱਟੀ ਸਾਹਿਬ ਬਹੁਤ ਅੱਛੇ ਇਨਸਾਨ ਸਨ ਔਰ ਬਹੁਤ ਅੱਛੇ ਉਸਤਾਦ ਸਨ। ਔਰ ਉਹਨਾਂ ਕੋਲੋਂ ਜਦੋਂ ਮੈਂ ਗਿਆ ਮੈਂ ਮਿਠਾਈ ਲੈ ਗਈ ਤੇ ਉਹ ਕਹਿੰਦੇ ਮਿਠਾਈ ਦੀ ਪੁੱਤਰ ਜ਼ਰੂਰਤ ਨਹੀਂ, ਇਹ ਮੇਰਾ ਥਾਪੜਾ ਤੇਰੀ ਕਮਰ ਤੇ ਅੱਲਾ ਤੈਨੂੰ ਕਾਮਯਾਬ ਕਰੇਗਾ। ਇਸੇ ਤਰ੍ਹਾਂ ਅਤਾਉੱਲਾ ਸਾਹਿਬ, ਉਹਨਾਂ ਕੋਲੋਂ ਮੈਂ ਈਸਾ ਖੇਲ ਗਿਆ ਸੀ, ਉਹਨਾਂ ਦੇ ਬੇਟੇ ਦੀ ਕੋਈ ਖੁਸ਼ੀ ਸੀ, ਅੱਜ ਤੋਂ 25 ਸਾਲ ਪਹਿਲੇ 30 ਸਾਲ ਪਹਿਲੇ ਦੀ ਗੱਲ ਹੈ।
ਉਸ ਤੋਂ ਬਾਅਦ ਸਾਡੇ ਇੱਕ ਦੋਸਤ ਨੇ ਆਮਿਰ ਫਹੀਮ ਸਾਹਿਬ, ਉਹਨਾਂ ਕੋਲੋਂ ਉਹਨਾਂ ਦਾ ਆਉਣਾ ਜਾਣਾ ਰਹਿੰਦਾ ਸੀ। ਜਦੋਂ ਲਾਲਾ ਆਉਂਦਾ ਸੀ ਫਿਰ ਮੈਨੂੰ ਵੀ ਬੁਲਾ ਲੈਂਦੇ ਸਨ। ਬਸ ਉੱਥੇ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਬਸ ਉਹਨਾਂ ਲਾਲੇ ਨੂੰ ਮੈਂ ਅਰਜ਼ ਕੀਤੀ ਕਿ ਮੈਂ ਤੁਹਾਡਾ ਸ਼ਾਗਿਰਦ ਹੋਣਾ ਚਾਹੁੰਦਾ। ਉਹਨਾਂ ਨੇ ਕਿਹਾ ਯਾਰ ਮੈਂ ਤਾਂ ਹਾਲੀ ਆਪ ਸਿੱਖਦਾ ਪਿਆ ਤੇ ਇਹ ਬੜੀ ਵੱਡੀ ਗੱਲ ਹੁੰਦੀ ਹੈ। ਇਹ ਵੱਡੇ ਫਨਕਾਰ ਦੀ ਨਿਸ਼ਾਨੀ। ਤੇ ਉਹਨਾਂ ਨੇ ਬਸ 2-4 ਚੀਜ਼ਾਂ ਮੈਨੂੰ ਦੱਸੀਆਂ। ਉਹਨਾਂ ਨੇ ਕਿਹਾ ਜੀ ਮਿਠਾਈ ਸ਼ਿਠਾਈ ਦੀ ਤਾਂ ਜ਼ਰੂਰਤ ਕੋਈ ਨਹੀਂ, ਚਲੋ ਤੂੰ ਸੁਰ 'ਚ ਤੇ ਲੈਅ ਦੇ ਵਿੱਚ ਇਸ ਸੁਰ ਤੇ ਲੈਅ ਨੂੰ ਜਿਹੜਾ ਨਾ ਕੰਟਰੋਲ ਕਰ ਲੈ। ਅਗਰ ਗਲਤ ਸੁਰ ਲੱਗ ਜਾਂਦਾ ਤਾਂ ਉਸ ਗਲਤ ਸੁਰ ਦੇ ਵਿੱਚ ਹੀ ਤੂੰ ਚਲਾ ਜਾ ਤੇ ਉਹ ਤੇ ਕਵਰ ਹੋ ਜਾਏਗਾ। ਤੇ ਬਾਕੀ ਖਿਆਲ ਠੁਮਰੀਆਂ ਤੇ ਰਾਗ ਇਹਨਾਂ 'ਚ ਪੈਣ ਦੀ ਜ਼ਰੂਰਤ ਨਹੀਂ। ਅਸੀਂ ਵੈਸੇ ਵੀ ਅਤਾਈ ਬੰਦੇ, ਸਾਡਾ ਰਾਗਾਂ ਨਾਲ ਕੀ ਕੰਮ ਹੈ ਤੇ ਇਹ ਮੁਹੱਬਤਾਂ ਨੇ ਸੁਣਨ ਵਾਲੇ ਸਾਨੂੰ ਪਸੰਦ ਕਰਦੇ ਨੇ, ਲੇਕਿਨ ਸਿੱਖਣਾ ਜ਼ਰੂਰੀ ਹੁੰਦਾ ਹੈ। ਬਿਲਕੁਲ ਇਸ ਨੂੰ ਜਾਣਨਾ ਜ਼ਰੂਰੀ ਹੁੰਦਾ ਹੈ, ਥਿਊਰੀ ਜਾਣਨਾ ਜ਼ਰੂਰੀ ਹੁੰਦਾ ਹੈ। ਹਰ ਚੀਜ਼ ਸਿੱਖਣ ਨਾਲ ਪਾਲਿਸ਼ ਵੀ ਹੁੰਦੀ ਹੈ। ਬੜੇ ਉਸਤਾਦ 50 ਤੋਂ 52 ਉਸਤਾਦ ਬਾਕੀਆਂ ਕੋਲੋਂ ਸਿੱਖਿਆ ਜਿਹੜਾ ਕੁਝ ਵੀ ਮੇਰੇ ਜ਼ਿਹਨ 'ਚ ਆਇਆ ਮੈਂ ਹਾਸਿਲ ਕੀਤਾ। ਲਓ ਕੋਮਲ, ਮਿਠਾਈ ਦਾ ਇੰਨੀ ਵਾਰੀ ਜ਼ਿਕਰ ਹੋ ਗਿਆ ਕਿ ਮੇਰਾ ਧਿਆਨ ਹੁਣ ਮਿਠਾਈ ਵੱਲ ਟੁਰ ਜਾਣਾ। ਉਸ ਤੋਂ ਪਹਿਲੇ ਅਸੀਂ ਵਾਪਸ ਆ ਜਾਂਦੇ ਹਾਂ ਤੇ ਮਾਈਆ ਵੇ ਮਾਈਆ ਸੁਣ ਲੈਂਦੇ ਹਾਂ। ਹਾਂ, ਮੇਰੇ ਇਲਾਕੇ ਦੇ ਸਰੈਕੀ ਲੋਕ ਮਾਈਆ ਮਹਿਬੂਬ ਨੂੰ ਕਹਿੰਦੇ ਨੇ ਆਪਣੇ। ਜੀ ਬਿਲਕੁਲ। ਉਹ ਮੈਂ ਤੁਹਾਡੀ ਖਿਦਮਤ ਵਿੱਚ ਕਰ ਸਕਦਾ। ਬੇਦਰਦਾਂ ਦਾ ਕਪਤਾਨ ਮਾਹੀ ਪਰਦੇਸ ਕਿਉਂ ਡੇਰੇ ਲੈਣੀ। ਇੰਜ ਦਰਦ ਵੱਡੀ ਦਿਨ ਦੁਖੀਆਂ ਦੇ ਜਿਵੇਂ ਸਾਡੇ ਦਰਦ ਵੰਡਣੀ। ਵੇ ਮੈਂ ਸੁਣ ਬੈਠਾ ਮੇਰੇ ਉਜੜਨ ਦੇ ਜਿਹੜੇ ਖੁਫੀਆ ਜਸ਼ਨ ਮਨਾਏ ਨੀ। ਕਿਉਂ ਭੁੱਲ ਯਾਸੀਨ ਦੀ ਖਿਦਮਤ ਨੂੰ ਚਾਜੀ ਦੇ ਰੁਖ ਬਦਲਣੀ। ਮਾਇਆ ਵੇ ਮਾਇਆ ਵੇ ਮਾਇਆ ਵੇ ਮਾਇਆ ਵੇ ਮਾਇਆ ਵੇ ਮਾਇਆ ਵੇ ਚੰਗੀ ਲਾਖੇ ਤੋੜ ਨਿਭਾਇਆ। ਮਾਇਆ ਵੇ ਮਾਇਆ ਵੇ ਮਾਇਆ ਵੇ ਮਾਇਆ ਵੇ ਮਾਇਆ ਵੇ ਮਾਇਆ ਵੇ ਚੰਗੀ ਲਾਖੇ ਤੋੜ ਨਿਭਾਇਆ। ਮਾਇਆ ਵੇ ਮਾਇਆ ਵੇ ਮਾਇਆ ਵੇ।
ਮਖੌਲ ਬਣ ਗਈ, ਆਲਮ ਮਖੌਲ ਬਣ ਗਈ, ਕੀਤੀ ਇਹੋ ਜਿਹੀ ਬੇਪਰਵਾਹ। ਮਾਇਆ ਵੇ ਮਾਇਆ ਵੇ ਮਾਇਆ ਵੇ, ਮਾਇਆ ਵੇ ਮਾਇਆ ਵੇ ਮਾਇਆ ਵੇ, ਚੰਗੀ ਲਾ ਕੇ ਤੋੜ ਨਿਭਾਇਆ। ਮਾਇਆ ਵੇ ਮਾਇਆ ਵੇ ਮਾਇਆ ਵੇ, ਮਾਇਆ ਵੇ ਮਾਇਆ ਵੇ ਮਾਇਆ ਵੇ, ਮਾਇਆ ਵੇ ਮਾਇਆ ਵਾਹ ਜੀ ਵਾਹ, ਮਾਇਆ ਵੇ ਮਾਇਆ ਵੇ ਮਾਇਆ ਵੇ। ਔਰ ਸੰਗਤ ਵੀ ਬੜੀ ਸੋਹਣੀ ਹੋ ਰਹੀ ਹੈ, ਉਸੇ ਖੂਬਸੂਰਤੀ ਨਾਲ ਤਬਲਾ ਵੀ ਵੱਜ ਰਿਹਾ, ਢੋਲਕ ਵੀ ਵੱਜ ਰਹੀ ਹੈ, ਬਾਂਸਰੀ ਦਾ ਜ਼ਿਕਰ ਵੀ ਅਸੀਂ ਕੀਤਾ, ਫਿਰ ਕੀਬੋਰਡ ਪਲੇਅਰ ਸਾਡੇ ਜਿਹੜੇ ਸੀਨੀਅਰ ਮਿਊਜ਼ੀਸ਼ੀਅਨ ਨੇ ਉਹ, ਔਰ ਫਿਰ ਸਪੈਨਿਸ਼ ਗਿਟਾਰ ਜਿਹੜਾ ਉਹ ਵੀ ਬੜਾ ਸੋਹਣਾ ਵੱਜ ਰਿਹਾ। ਇਹ ਜਿਹੜੀ ਸਾਂਝ ਹੈ, ਇਹ ਜਿਹੜੀ ਸੰਗਤ ਹੈ, ਸਾਨੂੰ ਇਹ ਦੱਸਦੀ ਹੈ ਕਿ ਹਰ ਇਨਸਟਰੂਮੈਂਟ ਜਿਹੜਾ ਹੈ ਉਹਦੀ ਆਪਣੀ ਇੱਕ ਅਹਿਮੀਅਤ ਹੈ। ਉਹ ਵਿੱਚੋਂ ਮਿਸ ਹੋ ਜਾਏਗਾ ਤੇ ਗਾਣਾ ਕਿਤੇ ਥੱਲੇ ਡਿੱਗ ਪਏਗਾ, ਖਰਾਬ ਹੋ ਜਾਏਗਾ ਜਾਂ ਸੁਰ ਸਹੀ ਨਹੀਂ ਲੱਗੇਗਾ। ਸਿੰਗਰ ਜਿਹੜਾ ਹੁੰਦਾ ਉਹ ਆਪਣੀ ਆਵਾਜ਼ ਤੇ ਦਿੰਦਾ ਹੀ ਦਿੰਦਾ, ਲੇਕਿਨ ਨਾਲ ਜਿਹੜੇ ਸਾਰੇ ਸੰਗਤੀ ਹੁੰਦੇ ਨੇ ਉਹ ਗਾਣੇ ਨੂੰ ਮੁਕੰਮਲ ਕਰਦੇ ਨੇ, ਔਰ ਫਿਰ ਜਿਹਨੂੰ ਅਸੀਂ ਰੂਹ ਦੀ ਗਜ਼ਾ ਕਹਿੰਦੇ ਹਾਂ ਉਹ ਮੁਕੰਮਲ ਹੁੰਦੀ ਹੈ। ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਵੀ, ਅਸੀਂ ਦੋਵੇਂ ਤੇ ਨਜ਼ਰ ਆ ਰਹੇ ਹਾਂ ਤੁਹਾਨੂੰ ਸਕਰੀਨ ਤੇ, ਲੇਕਿਨ ਕੈਮਰੇ ਦੇ ਪਿੱਛੇ ਸਾਡੇ ਬੜੇ ਦੋਸਤ ਬੜੀ ਹੀ ਜਾਂਫਿਸ਼ਾਨੀ ਨਾਲ ਕੰਮ ਕਰਦੇ ਨੇ, ਬੜੀ ਹੀ ਖੂਬਸੂਰਤੀ ਨਾਲ ਕੰਮ ਕਰਦੇ ਨੇ। ਪ੍ਰੋਡਿਊਸਰ ਇਲਿਆਸ ਚੌਧਰੀ ਸਾਹਿਬ ਔਰ ਅਸਿਸਟੈਂਟ ਪ੍ਰੋਡਿਊਸਰ ਵੀ ਸਾਡੇ ਨਾਲ ਹੁੰਦੇ ਨੇ, ਮੇਕਅਪ ਆਰਟਿਸਟ ਤੋਂ ਲੈ ਕੇ ਬੂਮ ਆਪਰੇਟਰ ਤੱਕ, ਲਾਈਟ ਤੋਂ ਲੈ ਕੇ ਔਰ ਬਾਕੀ ਸੈੱਟ ਤੇ ਜੋ ਕੁਝ ਵੀ ਹੋ ਰਿਹਾ ਟੀਮ ਵਰਕ ਹੁੰਦਾ ਹੈ ਜੀ, ਓਵਰਆਲ ਟੀਮ ਵਰਕ ਹੁੰਦਾ ਹੈ। ਔਰ ਇਸੇ ਟੀਮ ਵਰਕ ਪੂਰਾ ਹਫਤਾ ਅਸੀਂ ਮਿਹਨਤ ਕਰਨੇ ਆ, ਔਰ ਫਿਰ ਮੰਗਲ ਦੇ ਰੋਜ਼ 6:30 ਵਜੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਆ, ਪ੍ਰੋਗਰਾਮ ਲੈ ਕੇ ਆਉਂਦੇ ਆ ਸਾਡੇ ਨਾਲ। ਲੇਕਿਨ ਸਾਨੂੰ ਨਹੀਂ ਪਤਾ ਚੱਲਦਾ ਕਿ ਤੁਹਾਨੂੰ ਪ੍ਰੋਗਰਾਮ ਕੈਸਾ ਲੱਗ ਰਿਹਾ। ਔਰ ਮੈਂ ਬਾਰ-ਬਾਰ ਅਰਜ਼ ਕਰਨਾ, ਹਰ ਸ਼ੋਅ 'ਚ ਕਰਨਾ ਕਿ ਤੁਸੀਂ ਚਿੱਠੀ ਕਿਉਂ ਨਹੀਂ ਪਾਉਂਦੇ ਕਿ ਸਾਨੂੰ ਵੀ ਪਤਾ ਲੱਗੇ ਕਿ ਸਾਡਾ ਜਿਹੜਾ ਟੀਮ ਵਰਕ ਹੈ, ਸਾਡਾ ਜਿਹੜਾ ਸੰਗੀਤ ਹੈ, ਬਿਲਕੁਲ ਜਿਹੜਾ ਅਸੀਂ ਗਾਣਾ ਜਿਹਾ ਬਣਾਇਆ ਉਹ ਕਿਵੇਂ ਦਾ, ਅਸੀਂ ਕਿਵੇਂ ਦਾ ਸੁਰ ਲਾਉਂਦੇ ਆ ਪਏ, ਉਹ ਤੁਹਾਡੀ ਚਿੱਠੀ ਦਾ ਪਤਾ ਲੱਗਣਾ। ਚਿੱਠੀ ਤੁਸੀਂ ਲਿਖਣੀ ਹੈ, ਉਹਦਾ ਪਤਾ ਮੈਂ ਤੁਹਾਨੂੰ ਦੱਸ ਦੇਣਾ। ਪੀਟੀਵੀ ਲਾਹੌਰ ਸੈਂਟਰ 21 ਮਹਿਮੂਦ ਗਜ਼ਨਵੀ ਰੋਡ ਲਾਹੌਰ, ਇਹ ਪਤਾ ਹੈ, ਸਾਦਾ ਜਿਹਾ ਪੋਸਟਲ ਐਡਰੈਸ ਹੈ। ਇਹਦੇ ਉੱਤੇ ਤੁਸੀਂ ਚਿੱਠੀ ਖਤ ਪੱਤਰ ਪਾਓਗੇ, ਅਸੀਂ ਪ੍ਰੋਗਰਾਮ ਵਿੱਚੋਂ ਖਤ ਪੜਾਂਗੇ ਵੀ, ਤੁਹਾਡੇ ਨਾਂ ਦੇ ਨਾਲ ਪੜਾਂਗੇ ਔਰ ਸਾਨੂੰ ਚੰਗਾ ਵੀ ਲੱਗੇਗਾ। ਲਾਲਾ ਜੀ ਦੀ ਗੱਲ ਬਾਰ-ਬਾਰ ਅਸੀਂ ਕਰ ਰਹੇ ਹਾਂ ਔਰ ਤੁਸੀਂ ਦੱਸਿਆ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਬਈ ਇਹ ਸੁਰ ਲਾ, ਇਸ ਤਰ੍ਹਾਂ ਕਰ ਲੈ, ਇਹ ਕਰ ਲੈ, ਮਿਠਾਈ ਦੀ ਲੋੜ ਨਹੀਂ ਹੈਗੀ, ਹੈ ਨਾ। ਤੇ ਮੈਂ ਗੁਜ਼ਾਰਿਸ਼ ਕੀਤੀ ਵੀ ਸੀ ਤੁਹਾਨੂੰ ਕਿ ਕਾਲੇ ਜੋੜੇ ਦੀ ਵੀ ਗੱਲ ਕੀਤੀ ਸੀ ਅਸੀਂ ਪਹਿਲੇ, ਤੇ ਭਾਵੇਂ ਵਸੇ ਤੂੰ ਵਲੈਤ ਅਸਾਂ ਕਰਨੀ ਨਹੀਂ ਰਹਿਤ, ਤੈਨੂੰ ਲੈ ਕੇ ਜਾਣਾ ਹੈ ਮੀਆਂ ਵਾਲੀ। ਲਾਹੌਰ ਤੋਂ ਗੁਜਰਾਲ ਤੋਂ ਮੁਲਤਾਨ ਤੇ ਮੀਆਂ ਲਈ ਜਾਣ ਦਾ ਬੜਾ ਹੀ ਚਾਅ ਹੈ ਸਾਨੂੰ, ਹੁਣ ਬਸ ਉਧਰ ਨੂੰ ਪਾ ਲੈਂਦੇ ਆ। ਤੇ ਇਹ ਗੀਤ ਜੇ ਤੁਸੀਂ ਸੁਣਾ ਦਿਓ ਤੇ ਬੜਾ ਰੰਗ ਜਿਹਾ ਲੱਗ ਜਾਏਗਾ, ਇੱਕ ਕਹਿ ਲਓ ਟ੍ਰਿਬਿਊਟ ਜਿਹਾ ਅਸੀਂ ਉਹਨਾਂ ਨੂੰ ਪੇਸ਼ ਕਰ ਦਿੰਦੇ ਹਾਂ। ਉਹਨਾਂ ਦੇ ਬਹੁਤ ਜ਼ਿਆਦਾ ਫੈਨ ਨੇ ਜੀ। मेरे बारे क्या नीति बैठे, ते होठों को लाल कीती बैठे, ए सच दसा जाके सुर्खी लई है, या लहू गरीबां दा पीती बैठे। कमीज तेरी काली नी सोने फुल वाली, निभावे वसे तू वलैत असां करीड़ी नी रेत, तैनू लेके जाने मियां वाली। कमीज तेरी कमीज तेरी काली सोने फुल वाली, जुल्फों छले
ਕਮੀਜ਼ ਤੇਰੀ ਕਾਲੀ ਨੀ ਸੋਹਣੇ ਫੁੱਲਾਂ ਵਾਲੀ ਨੀ ਟਿੱਕਾ ਤੈਨੂੰ ਨੀ ਟਿੱਕਾ ਤੈਨੂੰ ਸਜਦਾ ਨੀ ਮੱਥੇ ਉੱਤੇ ਸਜਦਾ ਨੀ ਟਿੱਕਾ ਤੈਨੂੰ ਸਜਦਾ ਨੀ ਮੱਥੇ ਉੱਤੇ ਸਜਦਾ ਤੈਨੂੰ ਜਿੰਨਾ ਵੀ ਮੱਥਾ ਨਹੀਂ ਰੱਖਦੀ ਤੈਨੂੰ ਜਿੰਨਾ ਵੀ ਮੱਥਾ ਨਹੀਂ ਰੱਖਦੀ ਤੈਨੂੰ ਤੱਕਿਆ ਦਿਲ ਨਹੀਂ ਰੱਜਦਾ ਕਮੀਜ਼ ਤੇਰੀ ਕਮੀਜ਼ ਤੇਰੀ ਕਾਲੀ ਨੀ ਸੋਹਣੇ ਫੁੱਲਾਂ ਵਾਲੀ ਨੀ ਬੋਛੜ ਨੀ ਬੋਛੜ ਕਾਲਾ ਨੀ ਕਿੰਗਰੀਆਂ ਵਾਲਾ ਨੀ ਬੋਛੜ ਕਾਲਾ ਨੀ ਕਿੰਗਰੀਆਂ ਵਾਲਾ ਇਹੋ ਮੰਗਾਂ ਮੈਂ ਦੁਆ ਕਰੂੰ ਨਾ ਜੁਦਾ ਇਹੋ ਮੰਗਾਂ ਮੈਂ ਦੁਆ ਕਰੂੰ ਨਾ ਜੁਦਾ ਰੱਬ ਲੱਖ ਨਾ ਕਰੇ ਸੰਸਾਰ ਕਮੀਜ਼ ਤੇਰੀ ਕਮੀਜ਼ ਤੇਰੀ ਕਾਲੀ ਨੀ ਸੋਹਣੇ ਫੁੱਲਾਂ ਵਾਲੀ ਕਮੀਜ਼ ਤੇਰੀ ਕਾਲੀ ਨੀ ਸੋਹਣੇ ਫੁੱਲਾਂ ਵਾਲੀ ਕਮੀਜ਼ ਤੇਰੀ ਕਾਲੀ ਨੀ ਸੋਹਣੇ ਫੁੱਲਾਂ ਵਾਲੀ ਵਾਹ ਜੀ ਵਾਹ, ਇਹੋ ਗੀਤ ਸੀ ਜਿਹੜਾ ਮੇਰਾ ਬੜਾ ਦਿਲ ਕਰ ਰਿਹਾ ਸੀ ਸੁਣਨ ਤੇ, ਔਰ ਮੇਰੀ ਤੇ ਖਾਹਿਸ਼ ਪੂਰੀ ਹੋਈ ਹੈ, ਤੁਹਾਡੀ ਵੀ ਹੋਈ ਹੋਏਗੀ। ਕਮੀਜ਼ ਮੇਰੀ ਕਾਲੀ ਤੇ ਸੋਹਣੇ ਫੁੱਲਾਂ ਵਾਲੀ, ਉਹ ਗੀਤ ਹੈ ਜਿਹੜਾ ਬੱਚਾ ਬੱਚਾ ਪਾਕਿਸਤਾਨ ਦੇ ਵਿੱਚ ਅੱਜ ਵੀ ਗਾ ਰਿਹਾ। ਇਹਦੇ ਕਈ ਰਿਮਿਕਸ ਵੀ ਬਣ ਗਏ ਔਰ ਅਸੀਂ ਕਈ ਤਰੀਕੇ ਨਾਲ ਇਹ ਗੀਤ ਅਸੀਂ ਸੁਣਿਆ। ਪੰਜਾਬ ਦੀ ਕਹਾਣੀ ਇਹ ਵੇ ਕਿ ਅਸੀਂ ਥੋੜਾ ਨੋਸਟੈਲਜੀਆ ਦਾ ਸ਼ਿਕਾਰ ਹੋ ਜਾਂਦੇ ਹਾਂ। ਅਸੀਂ ਪੰਜਾਬ ਦੇ ਮਾਜ਼ੀ ਬਾਰੇ ਬੜੀਆਂ ਗੱਲਾਂ ਕਰਨੇ ਆ, ਬੜਾ ਕੁਝ ਅਸੀਂ ਜਾਣਦੇ ਹਾਂ, ਔਰ ਇਹ ਜਿਹੜਾ ਚਰਖਰਾ ਪਿਆ ਹੋਇਆ, ਚਾਟੀ ਏ, ਹੋਰ ਇਹ ਛਾਬੀਆਂ ਨੇ, ਕਾਫੀ ਕੁਝ ਪਿਆ ਹੈ ਤੇ ਇਹ ਘੱਟ ਘੱਟ ਵਰਤਿਆ ਜਾ ਰਿਹਾ, ਲੇਕਿਨ ਸਾਡੀ ਇਹਦੇ ਨਾਲ ਮੁਹੱਬਤ ਬੜੀ ਹੈ। ਤਾਂ ਕਰਕੇ ਅਸੀਂ ਮੁੜ ਮੁੜ ਕੇ ਚਾਹੁੰਦੇ ਹਾਂ ਕਿ ਇਹ ਸਕਰੀਨ ਤੇ ਵੀ ਨਜ਼ਰ ਆਏ, ਇਹਨੂੰ ਵਰਤਿਆ ਵੀ ਜਾਏ ਜਾਂ ਇਹਨਾਂ ਨੂੰ ਕਿਤੇ ਨਾ ਕਿਤੇ ਸਜਾਇਆ ਜਾਏ। ਤੇ ਜੇ ਗੱਲ ਨੋਸਟੈਲਜੀਆ ਦੀ ਹੋ ਰਹੀ ਹੈ, ਮਾਜ਼ੀ ਦੀ ਗੱਲ ਹੋ ਰਹੀ ਹੈ, ਪੰਜਾਬ ਦੇ ਪਿਛੋਕੜ ਦੀ ਗੱਲ ਹੋ ਰਹੀ ਹੈ, ਤੇ ਸਾਡੇ ਜਿਹੜੇ ਰਾਈ ਸਾਹਿਬ ਨੇ ਉਹਨਾਂ ਕੋਲੋਂ ਪੁੱਛਨੇ ਆ ਕਿ ਮਾਜ਼ੀ ਦੇ ਵਿੱਚ ਅੱਜ ਤੋਂ ਕੋਈ 20-30 ਵਰ੍ਹੇ ਪਹਿਲੇ ਤੁਸੀਂ ਪੀਟੀਵੀ ਦੇ ਪ੍ਰੋਗਰਾਮ ਦੇ ਵਿੱਚ ਪਰਫਾਰਮ ਕੀਤਾ, ਉਹ ਜ਼ਰਾ ਮੰਜ਼ਰ ਤੇ ਖਿੱਚੋ, ਕੀ ਪ੍ਰੋਗਰਾਮ ਸੀ, ਕਿਹੜਾ ਗੀਤ ਸੀ, ਕੀ ਹੋਇਆ ਸੀ? ਉਹ 20-25 ਸਾਲ ਪਹਿਲੇ ਕਾਫੀ ਪ੍ਰੋਗਰਾਮ ਕੀਤੇ ਨੇ। ਸਫਦਰ ਸਹਾਰ ਦੇ ਪ੍ਰੋਗਰਾਮ ਵੀ ਸੀ ਕੀਤੇ ਨੇ, ਅਸਲਮ ਖੁਰਸ਼ੀ ਸਾਹਿਬ ਦੇ ਪ੍ਰੋਗਰਾਮ ਕੀਤੇ ਨੇ, ਖਾਬਰ ਸਿਆਲ ਸਾਹਿਬ ਦੇ ਪ੍ਰੋਗਰਾਮ ਕੀਤੇ ਨੇ, ਕਾਫੀ ਸਾਰੇ ਪੀਟੀਵੀ ਦੇ ਪ੍ਰੋਗਰਾਮ ਕੀਤੇ ਨੇ। ਬੜੇ ਖੂਬਸੂਰਤ ਪ੍ਰੋਗਰਾਮ ਹੁੰਦੇ ਸਨ, ਬੜੀ ਚਹਿਲ ਪਹਿਲ ਹੁੰਦੀ ਸੀ, ਲੇਕਿਨ ਅੱਲਾ ਕਰੇ ਫਿਰ ਇਸ ਤਰ੍ਹਾਂ ਸਿਲਸਿਲਾ ਚੱਲ ਪਵੇ ਹੁਣ। ਕੋਸ਼ਿਸ਼ ਕੀਤੀ ਹੈ। ਹਾਂ ਬਿਲਕੁਲ, ਬੜੀ ਖੁਸ਼ੀ ਹੋਈ ਹੈ, ਤੁਸੀਂ ਬੁਲਾਇਆ, ਸਾਨੂੰ ਬੁਲਾਇਆ। ਫਿਰ ਜੀ ਸਾਨੂੰ ਵੀ ਉਨੀਆਂ ਹੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਆਏ ਹੋ। ਇੱਕ ਪ੍ਰੋਗਰਾਮ ਹੁੰਦਾ ਸੀ ਰੁੱਤ ਰੰਗੀਲੜੀ, ਹਾਂ ਅਸਲਮ ਕੁਰੈਸ਼ੀ ਸਾਹਿਬ ਦਾ, ਜੀ ਉਹਨਾਂ 'ਚੋਂ ਸਾਨੂੰ ਯਾਦ ਕਰਦੇ ਸਨ, ਅਸੀਂ ਹਾਜ਼ਰੀ ਦਿੰਦੇ ਸੀ। ਤੇ ਇਸ ਤਰੀਕੇ ਨਾਲ ਖਾਬਰ ਸਿਆਲ ਸਾਹਿਬ ਸਾਨੂੰ ਜੋਕ ਪ੍ਰੋਗਰਾਮ ਇੱਕ ਹੁੰਦਾ ਸੀ, ਜੋਕ ਮੇਲੇ ਦੇ ਨਾਂ 'ਤੇ ਹੁੰਦੇ ਸੀ ਪ੍ਰੋਗਰਾਮ ਕਾਫੀ ਸਾਰੇ। ਇਸ ਤਰੀਕੇ ਨਾਲ ਕਾਫੀ ਦਫਾ ਪੀਟੀਵੀ ਨੇ ਇੱਜ਼ਤ ਦਿੱਤੀ ਹੈ, ਅੱਲਾ ਦਾ ਜੀ ਸ਼ੁਕਰ ਹੈ। ਬਿਲਕੁਲ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨਾ ਸਿਰਫ ਇਹ ਪ੍ਰੋਗਰਾਮ, ਆਇੰਦਾ ਵੀ ਜਿਹੜੇ ਅਸੀਂ ਪ੍ਰੋਗਰਾਮ ਕਰੀਏ ਉਹਦੇ ਵਿੱਚ ਗੁਜ਼ਾਰਿਸ਼ ਤੇ ਬਾਕੀ ਜਿਹੜਾ ਤੁਸੀਂ ਮੈਂ ਗਾ ਰਿਹਾ, ਇਹ ਮੈਂ ਅਰਜ਼ ਕਰਦਾ ਜਾਂ ਜੋ ਕੁਝ ਵੀ ਮੈਂ ਗਾ ਰਿਹਾ, ਜੀ ਮੈਂ ਇਤਨਾ ਅੱਛਾ ਨਹੀਂ ਗਾ ਸਕਦਾ ਜਿਤਨਾ ਅੱਛਾ ਲਾਲਾ ਗਾ ਸਕਦਾ ਹੈ। ਜੀ ਸਰ, ਤੇ ਉਹ living legend ਸੋਹਣਾ ਵੀ ਜ਼ਿਆਦਾ ਨੇ, ਖੂਬਸੂਰਤ ਵੀ ਜ਼ਿਆਦਾ ਨੇ, ਔਰ ਉਹਨਾਂ ਦੀ ਗਾਇਕੀ ਵੀ ਖੂਬਸੂਰਤ ਹੈ, ਉਹ ਗਾਉਂਦੇ ਵੀ ਸੋਹਣਾ ਨੇ। ਮੈਂ ਤੇ ਮੈਂ ਟੁੱਟਾ ਬੰਨ੍ਹਿਆ ਹੋਇਆ ਇਸ ਤਰੀਕੇ ਨਾਲ ਗਾ ਰਿਹਾ। ਬਸ ਫਿਰ ਨਿੱਕਾ ਜਿਹਾ ਇੱਕ ਗੀਤ ਹੋਰ ਸਾਨੂੰ ਸੁਣਾ ਦਿਓ ਬ੍ਰੇਕ ਤੋਂ ਜਾਣ ਤੋਂ ਪਹਿਲੇ, ਤੇ ਉਸ ਤੋਂ ਬਾਅਦ ਨਾਜ਼ਰੀਨ ਇਹ ਗੀਤ ਅਸੀਂ ਇਹਨਾਂ ਕੋਲ ਸੁਣਨੇ ਆ, ਤੇ ਉਸ ਤੋਂ ਬਾਅਦ ਬ੍ਰੇਕ ਵੱਲ ਅਸੀਂ ਜਾਵਾਂਗੇ। ਬ੍ਰੇਕ ਤੋਂ ਫਿਰ ਮੁੜ ਕੇ ਵਾਪਸ ਆਵਾਂਗੇ। ਤੁਸੀਂ ਜਾਣਾ ਨਹੀਂ, ਕਿਉਂਕਿ ਅਸੀਂ ਆਪਣੇ ਪ੍ਰਾਹੁਣੇ ਨੂੰ ਡੱਕ ਕੇ ਰੱਖਿਆ, ਉਹਨਾਂ ਵੀ ਕਿਤੇ ਨਹੀਂ ਜਾਣਾ ਜੀ।
वे मजबूर समझ के दोष चादे कर अपनी याद तेरे नाज ते नखरे थे पूरे मेरी इज्जत थई बर्बादे मैं इंज उजड़ा मुल्तान शहर चो ना थी सकदाया वादे खुर्शीद वतन दे काबिल नहीं कर खुशियां फिर आजादे चन्ने नल चाननी तार नल लो माया वे तू फुल मोतिए दा मैं तेरी खुशबू माया तू फुल मोतिए दा मैं तेरी खुशबू माया चन्ने नल चाननी तार नल लो माया तू फुल मोतिए दा मैं तेरी खुशबू माया तू फुल मोतिए दा मैं तेरी खुशबू माया
ਇੱਕ ਵਾਰੀ ਫਿਰ ਮੁੜ ਕੇ ਵਾਪਸ ਸਟੂਡੀਓ ਵਿੱਚ ਆ ਗਏ ਆ। ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ ਪ੍ਰੋਗਰਾਮ ਲੈ ਕੇ ਆਏ ਆ ਸਾਡੇ ਨਾਲ। ਮੇਰਾ ਨਾਂ ਘਰਦਿਆਂ ਨੇ ਰੱਖਿਆ ਅਲੀ ਉਸਮਾਨ ਬਾਜਵਾ ਤੇ ਇਸ ਕੁੜੀ ਦਾ ਰੱਖਿਆ ਕੋਮਲ ਰਾਜਾ। ਕੋਮਲ ਰਾਜਾ ਇਹਨਾਂ ਦਾ ਨਾਂ ਰੱਖਿਆ ਗਿਆ ਜੀ। ਪ੍ਰੋਗਰਾਮ ਬਿਲਕੁਲ ਖੂਬਸੂਰਤੀ ਨਾਲ ਚੱਲ ਰਿਹਾ ਹੈ। ਔਰ ਬ੍ਰੇਕ ਤੇ ਜਾਣ ਤੋਂ ਪਹਿਲੇ ਜਿਹੜਾ ਗੀਤ ਅਸੀਂ ਸੁਣ ਰਹੇ ਸਾਂ ਉਹ ਸੀ ਤੂੰ ਫੁੱਲ ਮੋਤੀਏ ਦਾ ਮੈਂ ਤੇਰੀ ਖੁਸ਼ਬੂ ਮਾਈ। ਔਰ ਮੇਰੇ ਜ਼ਿਹਨ 'ਚ ਗੱਲ ਆਈ ਕਿ ਜਿਹੜੇ ਹੋਸਟ ਹੁੰਦੇ ਨੇ ਉਹ ਫੁੱਲ ਵਰਗੇ ਹੁੰਦੇ ਨੇ ਔਰ ਜਿਹੜੇ ਨਾਜ਼ਰੀਨ ਨੇ ਉਹ ਖੁਸ਼ਬੂ ਵਰਗੇ ਹੁੰਦੇ ਨੇ। ਇਹ ਸੰਗਤ ਬਣੀ ਰਹਿੰਦੀ ਹੈ ਔਰ ਜੇ ਖੁਸ਼ਬੂ ਨਿਕਲ ਜਾਏ ਤੇ ਕਾਗਜ਼ੀ ਫੁੱਲ ਰਹਿ ਜਾਂਦਾ ਤੇ ਇਹ ਕਾਗਜ਼ੀ ਫੁੱਲ ਨਾ ਬਣਾਓ, ਠੀਕ ਹੈ। ਔਰ ਅਸੀਂ ਖਾਸ਼ ਕਰਾਂਗੇ ਕਿ ਜਿਹੜਾ ਡਾਇਸਪੋਰਾ ਪੰਜਾਬੀ ਦਾ, ਇੰਗਲੈਂਡ 'ਚ ਬੜੇ ਪੰਜਾਬੀ ਬੈਠੇ ਨੇ, ਕੈਨੇਡਾ 'ਚ ਬੈਠੇ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, ਗਲਫ ਦੇ ਵਿੱਚ ਔਰ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਬੈਠਾ ਹੋਇਆ ਇਸ ਵੇਲੇ। ਜੇ ਉੱਥੋਂ ਇੱਕ ਚਿੱਠੀ ਆਏ ਕਿੱਡਾ ਸੋਹਣਾ ਲੱਗੇਗਾ ਹੈ। 7 ਸਮੁੰਦਰੋਂ ਪਾਰੋਂ ਇੱਕ ਚਿੱਠੀ ਆਏ, ਸਾਡੇ ਪ੍ਰੋਗਰਾਮ 'ਚ ਪਹੁੰਚੇ, ਅਸੀਂ ਉਹ ਪੜ੍ਹੀਏ ਔਰ ਫਿਰ ਉਹ ਜਿਹੜੇ ਵੀ ਲਫ਼ਜ਼ ਤੁਸੀਂ ਲਿਖੇ ਨੇ ਆਪਣੇ ਨਾਂ ਦੇ ਨਾਲ ਸਾਰੀ ਦੁਨੀਆ ਤੱਕ ਉਹ ਗੱਲ, ਮਹਿਕ, ਉਹ ਖੁਸ਼ਬੂ ਪਹੁੰਚ ਜਾਵੇ। ਖੁਸ਼ਬੂ ਦੀ ਗੱਲ ਹੋ ਰਹੀ ਹੈ, ਗੀਤਾਂ ਦੇ ਜ਼ਰੀਏ ਖੁਸ਼ਬੂ ਅਸੀਂ ਸਾਰੀ ਦੁਨੀਆ 'ਚ ਫੈਲਾਉਣ ਦੀ ਇੱਕ ਕੋਸ਼ਿਸ਼, ਇੱਕ ਨਿੱਕੀ ਜੀ ਕਾਵਿਸ਼ ਅਸੀਂ ਕਰ ਰਹੇ ਹਾਂ। ਸਾਡੇ ਨਾਲ ਰਾਈ ਸਾਹਿਬ ਮੌਜੂਦ ਨੇ ਤੇ ਬੜੇ ਸੋਹਣੇ ਸੁਨੱਖੇ ਗੀਤ ਉਹ ਸੁਣਾ ਰਹੇ ਨੇ। ਤੇ ਮੈਂ ਪੁੱਛਣਾ ਇਹ ਚਾਹਾਂਗਾ ਕਿ ਤੁਸੀਂ ਵਿੱਚ ਥੋੜਾ ਜਿਹਾ ਗੈਪ ਵੀ ਹੋ ਗਿਆ ਜੀ। ਤੁਸੀਂ ਮੰਜ਼ਰ ਤੋਂ ਥੋੜੇ ਗਾਇਬ ਹੋ ਗਏ ਸੀ। ਤੁਹਾਡੀ ਅਗਲੀ ਪੀੜ੍ਹੀ 'ਚੋਂ ਕੋਈ ਗੀਤ ਸੰਗੀਤ ਦੇ ਨਾਲ ਜੁੜਿਆ ਜਾਂ ਨਹੀਂ? ਪੀੜ੍ਹੀ ਦੇ ਵਿੱਚ ਮੈਂ ਹੀ ਸਿਰਫ ਜੰਮਿਆ। ਪੀੜ੍ਹੀ ਤੇ ਤਾਂ ਕੋਈ ਖਾਬ ਖਿਆਲ ਹੀ ਕੋਈ ਨਹੀਂ। ਹਾਂ ਤੇ ਬਸ ਗਲਤੀ ਨਾਲ ਹੀ ਸਾਈਡ ਤੇ ਆ ਗਿਆ ਸੀ। ਲਾਲੇ ਨੂੰ ਵੇਖ ਕੇ ਮੈਂ ਇਹ ਵੀ ਬੜੀ ਆ ਗਿਆ। ਸੋਹਣੀ ਗਲਤੀ ਜੇ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਸਹੀ ਗੱਲ ਹੈ। ਇਹ ਗਲਤੀ ਨਹੀਂ, ਇਹ ਸੰਗੀਤ ਇਹ ਹੋਣਾ ਚਾਹੀਦਾ। ਇਸ ਤੋਂ ਬਗੈਰ ਜ਼ਿੰਦਗੀ ਥੋੜੀ ਕੌੜੀ ਜੀ ਹੋ ਜਾਂਦੀ, ਫਿੱਕੀ ਜੀ ਹੋ ਜਾਂਦੀ ਹੈ ਨਾ। ਉਹ ਹੋਣੀ ਚਾਹੀਦੀ ਹੈ। ਹਾਂ, ਬਿਲਕੁਲ ਬਿਲਕੁਲ ਇਸ ਤਰ੍ਹਾਂ ਇੱਕ ਸ਼ੇਰ ਮੈਨੂੰ ਯਾਦ ਆ ਗਿਆ ਇਸ ਗੱਲ ਤੋਂ ਜੀ। ਕਿ ਤੂੰ ਦਿਲ ਨੂੰ ਲਾ ਲਿਆ ਹੋਰ ਕਿਤੇ, ਅਸੀਂ ਨੈਣ ਕਿਸੇ ਨਾਲ ਜੋੜ ਲਏ, ਓਏ ਹੋਏ ਤੂੰ ਆਪਣੀਆਂ ਰਾਵਾਂ ਬਦਲ ਲਈਆਂ, ਅਸਾਂ ਆਪਣੇ ਰਸਤੇ ਮੋੜ ਲਏ। ਵਾਹ 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 ਵਾਹ, ਕੀ ਬਾਤ ਹੈ। ਵਿੱਚ ਹੀ ਮੁਸ਼ਾਰਾ ਵੀ ਅਸੀਂ ਸ਼ੁਰੂ ਕਰ ਦਿੱਤਾ ਹੈ। ਤੇ ਕੋਠੇ ਤੇ ਪਿੜ ਕੋਠੜਾ ਮਾਈ, ਕੋਠੇ ਸੁੱਕਦੀਆਂ ਤੋਰੀਆਂ, ਕਾਲੀਆਂ ਰਾਤਾਂ ਜਾਗ ਕੇ ਮੈਂ ਲੱਭੀਆਂ ਤੇਰੀਆਂ ਚੋਰੀਆਂ। ਰੱਬ ਜਾਣੇ ਹੁਣ ਕਿਹੜੀਆਂ ਚੋਰੀਆਂ ਫੜੀਆਂ ਗਈਆਂ ਨੇ। ਵੇਖਦੇ ਆ ਜੇ ਇਹ ਗੀਤ ਅਸੀਂ ਸੁਣ ਲਈਏ ਤੇ ਮਜ਼ਾ ਆ ਜਾਏਗਾ। ਕੀ ਖਿਆਲ ਹੈ ਮੈਂ ਸੁਣਾਂਗਾ ਜੀ? ਕੋਈ ਬੰਨੇ ਉੱਤੇ ਬਹਿ ਗਿਆ, ਵਹੀ ਤੇਰੀ ਜ਼ਾਤ ਪਿਛੂ ਹਰ ਸੱਜਣ ਤੂੰ ਰਹਿ ਗਿਆ। ਚੰਨ ਕਿੱਥਾਂ ਗੁਜ਼ਾਰੀਏ, ਚੰਨ ਕਿੱਥਾਂ ਗੁਜ਼ਾਰੀਏ, ਰਾਤ ਵੇ ਮੇਰਾ ਜੀ ਦਲੀਲਾਂ ਦੇ ਬਾਤ ਵੇ। ਚੰਨ ਕਿੱਥਾਂ ਗੁਜ਼ਾਰੀਏ, ਰਾਤ ਵੇ ਮੇਰਾ ਜੀ ਦਲੀਲਾਂ ਦੇ ਬਾਤ ਵੇ। ਚੰਨ ਕਿੱਥਾਂ ਗੁਜ਼ਾਰੀਏ, ਕਿੱਥਾਂ ਗੁਜ਼ਾਰੀਏ। ਕੋਠੇ ਤੇ ਪਿੜੀ ਕੋਠੀਆਂ ਮਾਹੀ, ਕੋਠੇ ਬੈਠਾ ਕਾਂ ਭਲਾ। ਕੋਠੇ ਤੇ ਪਿੜੀ ਕੋਠੀਆਂ ਮਾਹੀ, ਕੋਠੇ ਬੈਠਾ ਕਾਂ ਭਲਾ। ਤੂੰ ਤਾਂ ਮੈਨੂੰ ਭੁੱਲ ਗਈ ਓਏ ਮੈਂ ਅੱਗੇ ਵੀ ਤੇਰੀ। ਕੋਠੇ ਤੇ ਪਿੜੀ ਕੋਠੜਾ ਮਾਹੀ, ਕੋਠੇ ਸੁੱਕਦੀਆਂ ਤੋਰੀਆਂ। ਕੋਠੇ ਤੇ ਪਿੜੀ ਕੋਠੜਾ ਮਾਹੀ, ਕੋਠੇ ਸੁੱਕਦੀਆਂ ਤੋਰੀਆਂ। ਕਾਲੀਆਂ ਰਾਤਾਂ, ਕਾਲੀਆਂ ਰਾਤਾਂ
ਕੋਠੇ ਤੇ ਪਿੜੀ ਕੋਠੜਾ ਮਾਹੀ ਹੇਠ ਵਗੇ ਦਰਿਆ ਭਲਾ ਕੋਠੇ ਤੇ ਪਿੜੀ ਕੋਠੜਾ ਮਾਹੀ ਹੇਠ ਵਗੇ ਦਰਿਆ ਭਲਾ ਬੇਸ਼ੱਕ ਰੁੱਸਿਆ ਰਹਿਮਤ ਤੂੰ ਇੱਕ ਵਾਰੀ ਮੁੜ ਕੇ ਆ ਭਲਾ ਚੰਗਾ ਗੁਜ਼ਾਰੀ ਰਾਤ ਵੇਲਾ ਕੀ ਦਲੀਲਾਂ ਦੇ ਬਾਤ ਵੇ ਕਿੱਥਾਂ ਗੁਜ਼ਾਰੀ ਜੀ ਬਹੁਤ ਹੀ ਸਵਾਦ ਆਇਆ ਜੀ, ਮੈਨੂੰ ਤੇ ਬਹੁਤ ਹੀ ਸਵਾਦ ਆਇਆ। ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ, ਮੇਰਾ ਜੀ ਦਲੀਲਾਂ ਦੇ ਬਾਤ ਵੇ। ਜੀ ਕੋਮਲ ਜੀ ਬਿਲਕੁਲ, ਮੈਨੂੰ ਆਪ ਬੜਾ ਮਜ਼ਾ ਆਇਆ ਤੇ ਗੀਤ ਤੇ ਚੱਲਦਾ ਰਹੇਗਾ, ਸੁਣਦੇ ਰਵਾਂਗੇ। ਇਸ ਦੇ ਨਾਲ ਥੋੜੀ ਗੱਲਬਾਤ ਵੀ ਹੋ ਜਾਏ। ਤੁਸੀਂ ਜਿਵੇਂ ਕਿ ਦੱਸਿਆ ਤੁਹਾਡੇ 50 ਦੇ ਕੋਲ ਉਸਤਾਦ ਰਹੇ ਨੇ, ਕੋਈ ਐਸੀ ਗੱਲ ਜਿਹੜੀ ਤੁਸੀਂ ਆਪਣੇ ਕਿਸੇ ਉਸਤਾਦ ਕੋਲ ਸਿੱਖੀ ਹੋਏ ਤੇ ਤੁਸੀਂ ਸਮਝਦੇ ਹੋ ਕਿ ਇੱਕ ਵਧੀਆ ਗੁਲਕਾਰ ਬਣਨ ਲਈ ਉਹ ਹੋਣੀ ਚਾਹੀਦੀ ਹੈ, ਉਹ ਸਾਡੇ ਨਾਲ ਸਾਂਝੀ ਕਰੋ, ਸਾਡੇ ਨਾਜ਼ਰੀਨ ਨਾਲ। ਦੇਖੋ ਗੱਲ ਇਹ ਕਿ ਵਧੀਆ ਗੁਲਕਾਰ ਬਣਨ ਵਾਸਤੇ ਮੇਰੇ ਖਿਆਲ ਦੇ ਮੁਤਾਬਿਕ ਮੇਰਾ ਜਿਹੜਾ ਇਲਮ ਹੈ, ਜੋ ਕੁਝ ਮੈਂ ਹਾਸਿਲ ਕੀਤਾ ਹੈ, ਉਹ ਹੈ ਮੁਰਾਦਮੰਦੀ ਹੈ, ਬਾ ਮੁਰਾਦ ਹੋਣਾ ਚਾਹੀਦਾ ਹੈ। ਜੀ ਜੀ ਬਿਲਕੁਲ, ਅਦਬ ਹੋਣਾ ਚਾਹੀਦਾ, ਸੀਨੀਅਰ ਜੂਨੀਅਰ ਦਾ ਇਹਤਰਾਮ ਹੋਣਾ ਚਾਹੀਦਾ। ਜੀ ਮਾਸ਼ਾਅੱਲਾ ਮਾਸ਼ਾਅੱਲਾ, ਬੜੀ ਸੋਹਣੀ ਤੁਸੀਂ ਗੱਲ ਕੀਤੀ ਹੈ। ਤੇ ਨਾਇਬ ਹੁਸੈਨ ਭੱਟੀ ਸਾਹਿਬ ਤੁਹਾਡੇ ਉਸਤਾਦ ਰਹੇ ਨੇ ਜੀ, ਔਰ ਉਸਤਾਦ ਜੀ ਨੂੰ ਯਾਦ ਨਾ ਕਰ ਲਈਏ, ਕੀ ਕਹਿੰਦੇ ਹੋ ਜੀ? ਉਹਨਾਂ ਨੂੰ ਯਾਦ ਨਾ ਕਰ ਲਿਆ ਜਾਏ, ਉਹਨਾਂ ਦੇ 뮤직 ਰਾਹੀਂ, ਉਹਨਾਂ ਦੇ ਗੀਤ ਰਾਹੀਂ ਉਹ ਤੇ ਹਰ ਵੇਲੇ ਵਸਦੇ ਨੇ, ਸਭ ਦੇ ਦਿਲਾਂ 'ਚ ਵਸਦੇ ਨੇ। ਲੇਕਿਨ ਇੱਕ ਟ੍ਰਿਬਿਊਟ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿ ਦਿੰਦੇ ਆ, ਉਹ ਅਸੀਂ 뮤직 ਰਾਹੀਂ ਦਿੰਦੇ ਆ। ਠੀਕ ਹੈ, ਕੀ ਖਿਆਲ ਹੈ? ਬਿਲਕੁਲ, ਮੈਂ ਨੌਕਰ, ਮੈਂ ਉਹਨਾਂ ਦਾ ਹੀ ਨੌਕਰ, ਤੁਹਾਡਾ ਹੀ ਨੌਕਰ। ਲਓ ਜੀ। ਸੋਹਣੇ ਨੈਣ ਤੇ ਸੋਹਣੇ ਮੁਖੜੇ ਤੇ ਜਾਂਦੇ ਨੇ ਲੰਮੇ ਦੁਖੜੇ, ਸੋਹਣੇ ਨੈਣ ਤੇ ਸੋਹਣੇ ਮੁਖੜੇ ਤੇ ਜਾਂਦੇ ਨੇ ਲੰਮੇ ਦੁਖੜੇ, ਵੇਖੀ ਤੇਰਾ ਪੈਰ ਨਾ ਉਖੜੇ, ਵੇਖੀ ਤੇਰਾ ਪੈਰ ਨਾ ਉਖੜੇ, ਕੱਟ ਜਾਵੀਂ ਦਿਨ ਚਾਰ। ਦੁਨੀਆ ਹੈ ਦੁਨੀਆ, ਇਹ ਦੁਨੀਆ ਮਤਲਬ ਦੀ ਓ ਯਾਰ, ਦੁਨੀਆ ਮਤਲਬ ਦੀ ਓ ਯਾਰ, ਮਤਲਬ ਹੋਵੇ ਤੇ ਪਿਆਰ ਵੀ ਕਰਦੇ ਜ਼ਾਲਿਮ ਦੁਨੀਆਦਾਰ। ਦੁਨੀਆ ਹੈ ਦੁਨੀਆ, ਇਹ ਦੁਨੀਆ ਮਤਲਬ ਦੀ ਓ ਯਾਰ, ਦੁਨੀਆ ਮਤਲਬ ਦੀ ਓ ਯਾਰ। ਅਸਾਂ ਤੇ ਅੱਜ ਤੱਕ ਅਜ਼ਮਾਇਆ, ਮਿੱਤਰ ਨਹੀਂ ਜੇ ਕਿਸੇ ਬਣਾਇਆ। ਅਸਾਂ ਤੇ ਅੱਜ ਤੱਕ ਅਜ਼ਮਾਇਆ, ਮਿੱਤਰ ਨਹੀਂ ਜੇ ਕਿਸੇ ਬਣਾਇਆ। ਮਤਲਬ ਨਿਕਲਿਆ ਤੇ ਠੁਕਰਾਇਆ, ਮਤਲਬ ਨਿਕਲਿਆ ਤੇ ਠੁਕਰਾਇਆ, ਨਹੀਂ ਬਣਿਆ ਦਿਲਦਾਰ। ਦੁਨੀਆ ਹੈ ਦੁਨੀਆ, ਇਹ ਦੁਨੀਆ ਮਤਲਬ ਦੀ ਓ ਯਾਰ, ਦੁਨੀਆ ਮਤਲਬ ਦੀ ਓ ਯਾਰ। ਸੋਹਣੇ ਨੈਣ ਤੇ ਸੋਹਣੇ ਮੁਖੜੇ ਤੇ ਜਾਂਦੇ ਨੇ ਲੰਮੇ ਦੁਖੜੇ, ਸੋਹਣੇ ਨੈਣ ਤੇ ਸੋਹਣੇ ਮੁਖੜੇ ਤੇ ਜਾਂਦੇ ਨੇ ਲੰਮੇ ਦੁਖੜੇ,
ਦੁਨੀਆ ਮਤਲਬ ਦੀ ਉਹ ਯਾਰ ਦੁਨੀਆ ਹੋਵੇਗੀ ਮਤਲਬ ਦੀ, ਅਸੀਂ ਮਤਲਬ ਵਾਲੇ ਨਹੀਂ ਆ। ਅਸੀਂ ਬੜੇ ਪਿਆਰ ਕਰਨ ਵਾਲੇ ਜੀ ਆ। ਫਨਕਾਰ ਪਿਆਰ ਹੀ ਕਰਦੇ ਨੇ, ਮਤਲਬ ਹੀ ਨਹੀਂ ਹੁੰਦੇ, ਔਰ ਬੇਮਤਲਬ ਵੀ ਗੀਤ ਸੁਣਾ ਦਿੰਦੇ ਨੇ ਕਿਸੇ ਨੂੰ ਖੁਸ਼ ਕਰਨ ਵਾਸਤੇ। ਤੇ ਜਨਾਬ ਬਿਲਕੁਲ ਹੀ ਸਮਾਂ, ਵੇਲਾ, ਵਕਤ, ਟਾਈਮ ਘੱਟ ਰਹਿ ਗਿਆ। ਤੇ ਜਿਵੇਂ ਮੈਂ ਬਾਰ-ਬਾਰ 2-3 ਵਾਰੀ ਅਰਜ਼ ਕੀਤੀ ਹੈ ਚਿੱਠੀ ਦੀ ਕਿ ਬਾਹਰੋਂ ਵੀ ਚਿੱਠੀਆਂ ਆਉਣਗੀਆਂ ਔਰ ਪਾਕਿਸਤਾਨ ਤੋਂ ਵੀ ਚਿੱਠੀਆਂ ਆਉਣਗੀਆਂ, ਟੈਲੀਫੋਨ ਕਾਲਸ ਵੀ ਆਉਣਗੀਆਂ। ਫਿਰ ਸਾਨੂੰ ਪਤਾ ਲੱਗੇਗਾ ਕਿ ਤੁਸੀਂ ਵੀ ਮਤਲਬ ਹੀ ਨਹੀਂ ਗਏ, ਤੁਸੀਂ ਵੀ ਪ੍ਰੀਤ ਕੀਤੀ ਹੈ, ਪਿਆਰ ਕੀਤਾ ਹੈ ਪ੍ਰੋਗਰਾਮ ਦੇ ਨਾਲ, ਔਰ ਸਾਨੂੰ ਪਤਾ ਲੱਗੇਗਾ ਕਿ ਤੁਸੀਂ ਇਸ ਸ਼ੋਅ ਦੇ ਵਿੱਚ ਹੋਰ ਇਸ ਤੋਂ ਇਲਾਵਾ ਕੀ ਵੇਖਣਾ ਚਾਹੁੰਦੇ ਹੋ, ਕਿਹੜਾ ਤੁਹਾਡਾ ਫੇਵਰੇਟ ਸਿੰਗਰ ਹੈ ਜਿਹਨੂੰ ਅਸੀਂ ਆਪਣੇ ਸ਼ੋਅ ਦੇ ਵਿੱਚ ਦਾਵਤ ਦਈਏ। ਔਰ ਇਸ ਸ਼ੋਅ ਦੇ ਵਿੱਚ ਗੀਤ ਸੰਗੀਤ ਔਰ ਬਾਕੀ ਚੀਜ਼ਾਂ ਜਿਹੜੀਆਂ ਅਸੀਂ ਅਰੇਂਜ ਕੀਤੀਆਂ ਨੇ, ਤੁਸੀਂ ਆਪਣਾ ਵੀ ਇੱਕ ਮਸ਼ਵਰਾ ਦੇਵੋ ਔਰ ਦੱਸੋ ਸਾਨੂੰ ਕਿ ਅਸੀਂ ਇਹਦੇ ਵਿੱਚ ਕੀ ਕੁਝ ਐਡ ਕਰ ਸਕਨੇ ਆ। ਮੇਰੇ ਤੇ ਕੋਮਲ ਵੱਲੋਂ ਤੇ ਫਿਲਹਾਲ ਇਜਾਜ਼ਤ ਹੀ ਹੈ। ਅਗਲੇ ਪ੍ਰੋਗਰਾਮ ਤਾਈਂ ਔਰ ਜਾਂਦੀ ਵਾਰ ਦਾ ਅਸੀਂ ਕਵਾਂਗੇ ਕਿ ਲਿਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਤੇ ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ। ਤੇ ਰਾਈ ਸਾਹਿਬ ਸਾਡੇ ਨਾਲ ਨੇ, ਤੇ ਤੁਹਾਡਾ ਵੀ ਸ਼ੁਕਰੀਆ ਅਸੀਂ ਅਦਾ ਕਰਨੇ ਆ, ਸਾਰੇ ਸੰਗਤੀਆਂ ਦਾ ਵੀ ਸ਼ੁਕਰੀਆ ਅਦਾ ਕਰਨੇ ਆ। ਬੜਾ ਸੋਹਣਾ ਮਿਊਜ਼ਿਕ ਤੁਸੀਂ ਵਜਾਉਂਦੇ ਹੋ। ਤੇ ਜਾਂਦੀ ਵਾਰ ਦਾ ਫਿਰ ਸਾਨੂੰ ਗਾਣਾ ਸੁਣਾ ਕੇ ਤੁਸੀਂ ਜਾਣਾ ਤੇ ਜੀ। ਮੈਨੂੰ ਕਰ ਨਹੀਂ ਸਾੜ ਕੇ ਕੋਲਾ ਬਿਠੋਲਾ ਸਿਆਣਾ ਥੀ ਸਿਆਣਾ ਥੀ ਝਾ ਝਾ ਤੇ ਢੋਲਾ ਸਿਆਣਾ ਥੀ ਹਾਏ ਸਿਆਣੀ ਥੀ ਵੇ ਤੇਰੇ ਵੇਖਣ ਲਈ ਪਈਆਂ ਮਿਲ ਕਾਫਤ ਪਰੀਆਂ ਵੇ ਮਾਹੀ ਸੋਹਣੀਆਂ ਸੋਹਣੀਆਂ ਅੱਖੀਆਂ ਕਜਲੀ ਭਰੀਆਂ ਵੇ ਮਾਹੀ ਇਹ ਸੋਹਣੀਆਂ ਸੋਹਣੀਆਂ ਅੱਖੀਆਂ ਕਜਲੀ ਭਰੀਆਂ ਵੇ ਮਾਹੀ ਉਤੋਂ ਪਾਇਆ ਕਾਲਾ ਚੋਲਾ ਬਿਠੋਲਾ ਸਿਆਣਾ ਸਿਆਣਾ ਤੇਰਾ ਚੰਨ ਤੂੰ ਸੋਹਣਾ